ਵਾਹਿਗੁਰੂ ਸਾਹਿਬ ਜੀਓ। श्री प्रभ बख्शहो खता हमारी, मैन है महिमा लखी तुम्हारी। सन्मुख बचन कहत नित रहता, आदर राखना बिद नह लहता। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਲਸਰਾਏ ਜੌਹਰੀ ਨੂੰ ਅਤੇ ਉਹਦੇ ਮੌਕਰਾ ਧਰਕੇ ਨੂੰ ਤਾਰਨ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਸੰਸਾਰ ਸਾਗਰ ਨੂੰ ਤਾਰਦੇ ਹੋਏ ਜਦੋਂ ਸਮੁੰਦਰ ਦੇ ਕਿਨਾਰੇ ਤੇ ਆਏ ਤਾਂ ਬਹੁਤ ਵੱਡਾ ਕੌਤਕ ਵਰਤਾਇਆ ਹੈ ਕਿ ਰਸਤੇ ਦੇ ਵਿੱਚ ਤੁਰਿਆਂ ਤੁਰਿਆਂ ਜਾਂਦਿਆਂ ਸਮੁੰਦਰ ਦੇ ਉੱਤੇ ਚੱਲੇ ਨੇ, ਮਗਰਮੱਛ ਦੇ ਉੱਪਰ ਦੀ ਜਾ ਰਹੇ ਨੇ। ਮਗਰਮੱਛ ਬਹੁਤ ਜ਼ਿਆਦਾ ਵੱਡਾ, ਸੋ ਇਸ ਤਰ੍ਹਾਂ ਕਿਉਂਕਿ ਬਹੁਤ ਵੱਡੇ ਸਮੁੰਦਰਾਂ ਦੇ ਵਿੱਚ ਜਿੱਥੇ ਆਮ ਤੌਰ ਤੇ ਪਾਣੀ ਵਾਲੇ ਜਹਾਜ਼ ਵੀ ਨਹੀਂ ਜਾਂਦੇ, ਜਿੱਥੇ ਕਿਸੇ ਦੀ ਜ਼ਿਆਦਾ ਪਹੁੰਚ ਨਾ ਹੋਵੇ, ਸਮੁੰਦਰ ਦੇ ਅੰਦਰ ਬਹੁਤ ਜਾਨਵਰ ਰਹਿੰਦੇ ਨੇ। ਸਮੁੰਦਰ ਦੇ ਉੱਤੇ ਸੂਰਜ ਦੀ ਧੁੱਪ ਪੈਣ ਕਰਕੇ ਕਾਫੀ ਚਾਨਣ ਹੁੰਦਾ ਥੱਲੇ ਤੱਕ। ਸਮੁੰਦਰ ਦੇ ਅੰਦਰ ਕਈ ਕਿਲੋਮੀਟਰ ਤੋਂ ਥੱਲੇ ਜਾ ਕੇ ਹਨੇਰਾ ਆ ਜਾਂਦਾ। ਸੋ ਐਸਾ ਆਮ ਤੌਰ ਤੇ ਆਪਾਂ ਨੂੰ ਜਿਹੜੇ ਖੋਜ ਕਰਨ ਵਾਲੇ ਨੇ ਉਹ ਡਿਸਕਵਰੀ ਵਾਲੇ ਦਿਖਾਉਂਦੇ ਰਹਿੰਦੇ ਇਹ ਚੀਜ਼ਾਂ। ਸਮੁੰਦਰ ਦੇ ਵਿੱਚ ਜਿੱਥੇ ਥੱਲੇ ਹਨੇਰਾ ਹੈ ਉੱਥੇ ਜਿਹੜੀਆਂ ਮੱਛੀਆਂ ਨੇ ਉਹ ਚਮਕਦੀਆਂ ਬਿਜਲੀ ਵਾਂਗੂ। ਇਹ ਵੀ ਕੁਦਰਤ ਦੀ ਇੱਕ ਦੇਖੋ ਕੌਤਕੀ ਹੀ ਹੈ। ਇਸੇ ਤਰ੍ਹਾਂ ਵੱਡੇ ਵੱਡੇ ਮੱਛ, ਮਗਰਮੱਛ, ਵੇਲ ਮੱਛੀਆਂ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਸੋ ਐਸੇ ਹੀ ਵੱਡੇ ਸਾਰੇ ਮਗਰਮੱਛ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ। ਹਾਲੇ ਇੱਕ ਮੱਛ ਹੋਰ ਵੀ ਤਾਰਨਾ, ਕਿਉਂਕਿ ਉਸ ਨੇ ਕਿਸੇ ਨੇ ਗੁਨਾਹ ਕੀਤੇ ਹੁੰਦੇ ਨੇ। ਸੁਭਾਵਕ ਹੀ ਬ੍ਰਹਮ ਗਿਆਨੀ ਦੇ ਮੂੰਹ ਚੋਂ ਬਚਨ ਨਿਕਲਿਆ ਹੋਇਆ ਕਈ ਵਾਰ ਫਿਰ ਜੂਨੀਆਂ ਵਿੱਚ ਵੀ ਪਾ ਦਿੰਦਾ, ਉਹ ਪੂਰਾ ਹੋ ਜਾਂਦਾ। ਸੋ ਜਨਕ ਬਦੇਹੀ ਜੋ 19ਵਾਂ ਜਨਕ ਸੀ, ਉਹਨੇ ਇਹ ਬਚਨ ਕੀਤਾ, ਇਸ ਕਰਕੇ ਉਹ ਮਗਰਮੱਛ ਬਣਿਆ। ਫਿਰ ਛੁਟਕਾਰਾ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਚਰਨ ਪਾਉਣਗੇ ਜਦੋਂ ਆ ਕੇ ਤੇਰੇ ਉੱਪਰ, ਉਦੋਂ ਤੇਰੀ ਕਲਿਆਣ ਹੋਵੇਗੀ। ਬਹੁਤ ਸਾਰੀਆਂ ਚੀਜ਼ਾਂ ਦੁਨਿਆਵੀ ਨੇ, ਬਹੁਤ ਸਾਰੀਆਂ ਚੀਜ਼ਾਂ ਰੂਹਾਨੀ ਨੇ। ਜਿਹੜੇ ਆਪਣੇ ਦੁਨੀਆ ਸਾਰੀ, ਉਹਨਾਂ ਦੇ ਵਿੱਚ ਜਿਵੇਂ 7 ਅਰਬ ਦੀ ਆਬਾਦੀ ਮੰਨੀ ਸੰਸਾਰ ਦੀ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਨੇ ਜਗ ਮੈਂ ਉਤਮ ਕਾਢੀਐ ਬਿਰਲੇ ਕਈ ਕੇ, ਕੋਟਨ ਮੈਂ ਨਾਨਕ ਕਹੂੰ। ਨਾਰਾਇਣ ਜਿਹੇ ਚੀਤ ਕਰੋੜਾਂ ਵਿੱਚੋਂ ਜੇ 7 ਅਰਬ ਆਬਾਦੀ ਆ ਸੰਸਾਰ ਅੰਦਰ, ਤਾਂ ਗਿਣ ਲਓ ਵੀ 7 ਬੰਦੇ ਹੀ ਮਸਾਂ ਮਿਲਣੇ ਉਹੋ ਜਿਹੇ ਜਿਹੜੇ ਰੂਹਾਨੀ ਤਾਕਤਾਂ ਦੀ ਬਹੁਤ ਸਮਰੱਥਾ ਰੱਖਦੇ ਨੇ। ਐਨ ਤਾਂ ਬਹੁਤ, ਐਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ। ਬਹੁਤ ਵਿਰਲੀਆਂ ਰੂਹਾਂ ਜਿਨ੍ਹਾਂ ਨੂੰ ਰੂਹਾਨੀ ਸ਼ਕਤੀਆਂ ਦਾ ਪਤਾ ਹੁੰਦਾ। ਇਸ ਤਰ੍ਹਾਂ ਉਹਨਾਂ ਨੂੰ ਤਾਰ ਕੇ ਗੁਰੂ ਨਾਨਕ ਦੇਵ ਜੀ ਭਲਾ ਕਰਦੇ ਜੀਵਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਜੀਵਾਂ ਦੇ ਉੱਪਰ, ਔਰ ਉਹਨਾਂ ਨੇ ਤਾਰਿਆ ਹੈ ਏਡੇ ਵੱਡੇ ਮਗਰਮੱਛ ਨੂੰ।
ਭਾਈ ਮਰਦਾਨਾ ਜੀ ਬਹੁਤ ਕਈ ਵਾਰ ਫਿਰ ਭਾਵੁਕ ਹੋ ਜਾਂਦੇ ਨੇ। ਧੰਨੋ ਮਹਾਰਾਜ, ਤੁਸੀਂ ਤੇ ਏਡੇ ਏਡੇ ਮਗਰਮੱਛ ਤਾਰ ਦਿੰਦੇ ਹੋ ਤੇ ਅਸੀਂ ਤੁਹਾਡੇ ਨਾਲ ਐਵੇਂ ਝਗੜਾ ਕਰਦੇ ਲੜਦੇ ਰਹਿੰਦੇ ਆ, ਇਹ ਗਲਤੀ ਹੈ ਸਾਡੀ, ਮਹਾਰਾਜ ਸਾਨੂੰ ਮਾਫ ਕਰ ਦਿਓ ਜੀ। ਉਹ ਪਰ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਕੌਤਕ ਕਰਾਉਣ ਲਈ ਤੇ ਫਿਰ ਮਾਇਆ ਪਾ ਦਿੰਦੇ ਨੇ। ਇਹੀ ਸਤਿਗੁਰੂ ਦੇ ਕੌਤਕ ਨੇ। ਹਾਸ ਵਿਲਾਸ ਕਰਦਿਆਂ ਹੋਇਆਂ ਮਹਾਰਾਜ ਦੁਨੀਆ ਨੂੰ ਤਾਰ ਰਹੇ ਨੇ। ਆਓ ਅੱਗੇ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਪ੍ਰਭ ਬਖਸ਼ਹੁ ਖਤਾ ਹਮਾਰੀ। ਸ਼੍ਰੀ ਸ਼੍ਰੋਮਣੀ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਜੀ, ਜਿਹੜੀ ਸਾਡੀ ਖਤਾ ਹੈ, ਗਲਤੀ ਹੈ, ਉਹ ਬਖਸ਼ ਦਿਓ ਜੀ। ਮੈਂ ਨਹਿ ਮਹਿਮਾ ਲਖੀ ਤੁਮਾਰੀ। ਤੋ ਮੈਂ ਆਪ ਜੀ ਦੀ ਜਿਹੜੀ ਹੈ ਉਹ ਮਹਿਮਾ ਜਾਣ ਨਹੀਂ ਸਕਿਆ। ਸਨਮੁਖ ਬਚਨ ਕਹਿਤ ਨਿਤ ਰਹਿਤਾ। ਤੁਹਾਡੇ ਸਾਹਮਣੇ ਮੈਂ ਹਮੇਸ਼ਾ ਕੋਈ ਨਾ ਕੋਈ ਪੁੱਠੀ ਸਿੱਧੀ ਜਿਹੜੀ ਗੱਲ ਹੈ ਉਹ ਕਰਦਾ ਹੀ ਰਹਿੰਦਾ ਹਾਂ ਜੀ। ਆਦਰ ਰਾਖਨਾ ਵਿਦ ਨਹਿ ਲਹਤਾ। ਕਿਉਂਕਿ ਮੈਂ ਤੁਹਾਡਾ ਜਿਹੜਾ ਹੈ ਉਹ ਆਦਰ ਰੱਖਣ ਦੀ ਇੱਕ ਵਿਧੀ ਹੁੰਦੀ ਹੈ। ਬੋਲਣਾ ਬਹੁਤ ਫਿਲਟਰ ਕਰਕੇ ਬੋਲਣਾ ਪੈਂਦਾ। ਬ੍ਰਹਮ ਗਿਆਨੀ ਦੇ ਅੱਗੇ ਰਹਿਣਾ ਬਹਿਣਾ ਬਹੁਤ ਔਖਾ। ਗੁਰੂ ਮਹਾਰਾਜ ਦੇ ਕੋਲ ਰਹਿਣਾ ਬਹਿਣਾ ਇਹ ਸਿੱਖਣਾ ਪੈਂਦਾ। ਇਹ ਉਹਨਾਂ ਕੋਲੋਂ ਸਿੱਖਣਾ ਪੈਂਦਾ ਜਿਹੜੇ ਪਹਿਲਾਂ ਸਿੱਖੇ ਹੁੰਦੇ ਨੇ, ਸਾਧੂ ਸੰਤ ਮਹਾਤਮਾ ਗੁਰਮੁਖ। ਤੇ ਇੱਦਾਂ ਤਾਂ ਫਿਰ ਸਾਰੇ ਹੀ ਕਾਮਯਾਬ ਹੋ ਜਾਣ। ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਇਆ ਬਹੁਤ ਗੱਲਾਂ ਬੋਲ ਜਾਂਦਾ, ਪਰ ਗੁਰੂ ਮਹਾਰਾਜ ਦੇ ਕੋਲੇ ਜਾਂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਕੋਲੇ ਬੋਲਣਾ ਬੈਠਣਾ ਉੱਠਣਾ ਸਭ ਕੁਝ ਪਹਿਲਾਂ ਉਹ ਸਿੱਖਣਾ ਪੈਂਦਾ। ਸੇਵਾਦਾਰਾਂ ਤੋਂ, ਸਿਆਣਿਆਂ ਤੋਂ, ਵੀ ਆਪਾਂ ਕੀ ਬੋਲਣਾ ਇੱਥੇ, ਕੀ ਨਹੀਂ ਬੋਲਣਾ। ਉਹ ਇਸ ਕਰਕੇ ਕਿ ਕਈ ਵਾਰੀ ਬੋਲਿਆ ਹੋਇਆ ਨੁਕਸਾਨ ਕਰ ਜਾਂਦਾ, ਤਾਂ ਤੇ ਬਹੁਤ ਭੈ ਅਦਬ ਦੇ ਨਾਲ ਬੋਲ ਕੇ ਇਸ ਢੰਗ ਨਾਲ ਬੋਲਣਾ ਜਿਹਦੇ ਵਿੱਚ ਆਪਾਂ ਨੂੰ ਲਾਹਾ ਮਿਲੇ। ਬਿਗਸ ਬਦਨ ਤੇ ਬਚਨ ਉਚਾਰੇ। ਖੁਸ਼ ਹੋ ਕਰਕੇ, ਬਿਗਸ ਕੇ ਭਾਵ ਖੁਸ਼ ਹੋ ਕੇ ਬਚਨ ਕਹੇ। ਪੂਰਬ ਬਖਸ਼ੇ ਗੁਣ ਹੈ ਤੁਮਾਰੇ। ਪੂਰਬਲੇ ਜਿਹੜੇ ਪਹਿਲੇ ਸੀ ਗੁਨਾਹ ਉਹ ਤੁਹਾਡੇ ਬਖਸ਼ ਦਿੱਤੇ ਹਨ। ਪਾਛੇ ਤੇ ਆਪਣੇ ਸੰਗ ਲੀਨਾ। ਸੋ ਇਹ ਮਹਾਰਾਜ ਕੀ ਕਿੱਡਾ ਬਚਨ ਕਰ ਗਏ ਨੇ ਦੇਖੋ। ਇਸ ਕਰਕੇ ਆਖੀਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੀ ਵਡਿਆਈ। ਕਹਿੰਦੇ ਮਰਦਾਨਿਆਂ ਤੈਨੂੰ ਪਹਿਲਾਂ ਬਖਸ਼ ਕੇ ਫੇਰ ਆਪਣੇ ਨਾਲ ਸੇਵਾ ਚ ਲਾਇਆ। ਤੂੰ ਐ ਨਾ ਸਮਝ ਵੀ ਤੈਨੂੰ ਬਖਸ਼ਿਆ ਨਹੀਂ, ਤੇਰੇ ਸਾਰੇ ਗੁਨਾਹ ਮਾਫ, ਕਿਉਂਕਿ ਤੂੰ ਮਾੜਾ ਕੰਮ ਤਾਂ ਕੋਈ ਕਰਦਾ ਹੀ ਨਹੀਂ। ਤੂੰ ਤਾਂ ਉਹ ਕਰਦਾ ਜੋ ਅਸੀਂ ਕਰਾਉਨੇ। ਇਹ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਬਾਣੀ ਅੰਦਰ, ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਪਹਿਲਾਂ ਬਖਸ਼ ਦਿਓ ਫਿਰ ਜਸ ਕਰਾਉਨੇ ਹੋ। ਇਹ ਧੰਨ ਗੁਰੂ ਨਾਨਕ ਦੀ ਵਡਿਆਈ ਹੈ ਵੀ ਆਪਣੇ ਪਿਆਰਿਆਂ ਨੂੰ ਪਹਿਲਾਂ ਬਖਸ਼ ਲੈਂਦੇ ਨੇ ਫਿਰ ਸੇਵਾ ਵਿੱਚ ਲਾਉਂਦੇ ਹਨ। ਕਿਉਂ ਸੰਸਾ ਤੁਮ ਉਰ ਮਹਿ ਕੀਨੋ। ਕਿਉਂ ਤੁਸੀਂ ਮਨ ਦੇ ਅੰਦਰ ਇਹ ਸੰਸਾ ਕੀਤਾ ਵੀ ਗੁਰੂ ਨਾਨਕ ਸਾਹਿਬ ਮੈਨੂੰ ਕਿਉਂ ਨਹੀਂ ਬਖਸ਼ਣਗੇ, ਜਾਂ ਮੈਂ ਗਲਤੀਆਂ ਕਰਦਾ ਹਾਂ, ਕਿਉਂ ਤੇਰੇ ਅੰਦਰ ਸ਼ੰਕਾ ਆਇਆ। ਦੋਹਰਾਉ ਬਿਗਸਿਓ ਮਰਦਾਨਾ ਤਬ ਹੈ ਚਲੇ ਸਿੰਧ ਪਰ ਜਾਏ। ਜਦੋਂ ਭਾਈ ਮਰਦਾਨਾ ਫਿਰ ਸੁਣ ਕੇ ਬਹੁਤ ਖੁਸ਼ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੇ ਉੱਤੇ ਤੁਰੇ ਜਾ ਰਹੇ ਹਨ। ਤਬ ਖੁਦਾਏ ਮਹਿ ਭੇਦ ਨ ਹੈ ਇਸ ਵਿਦ ਬਚਨ ਅਲਾਏ। ਭਾਈ ਮਰਦਾਨਾ ਨੇ ਬਚਨ ਕਹੇ, ਮਹਾਰਾਜ ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਕਿਉ ਪਈ ਸ੍ਰੀ ਗੁਰ ਕਹੈ ਨ ਬਚਨ ਅਲਾਵਹੁ। ਮਹਾਰਾਜ ਕਹਿੰਦੇ ਮਰਦਾਨਾ ਸਮੁੰਦਰ ਦੇ ਉੱਤੇ ਤੁਰਿਆ ਜਾ ਰਿਹਾ, ਬਚਨ ਨਾ ਕਰ, ਗੱਲਾਂ ਨਾ ਕਰ ਸਾਡੇ ਨਾਲ।
ਤੁਸਨ ਮਮ ਪਛਤਾਚ ਹੈ ਆਵਹ। ਤੂੰ ਤਾਂ ਬਸ ਚੁੱਪ ਕਰਕੇ ਪਿੱਛੇ ਪਿੱਛੇ ਤੁਰਿਆ, ਗੱਲਾਂ ਨਾ ਕਰ। हे ਪ੍ਰਭ ਡਰ ਕਾਂਕੋ ਅਬ ਮੋਹੀ। ਉਹ ਨਿਡਰ ਹੋ ਗਿਆ ਹੁਣ। ਲਓ, ਮੈਨੂੰ ਕਾਹਦਾ ਡਰ ਹੈ? ਜਦ ਮੇਰੇ ਨਾਲ ਗੁਰੂ ਨਾਨਕ ਦੇਵ ਜੀ ਆ, ਮੈਂ ਕਿਤੇ ਡੁੱਬ ਜੂੰਗਾ ਹੁਣ ਉਹ ਭਾਈ ਮਰਦਾਨੇ ਦਾ ਭਰੋਸਾ ਬਣ ਗਿਆ। ਹੁਣ ਨਹੀਂ ਡਰਦਾ ਮੈਂ। ਤੁਸੀਂ ਐਡੇ ਵੱਡੇ ਸੱਚੇ ਪਾਤਸ਼ਾਹ ਮਗਰਮੱਛ ਤਾਰ ਤੇ, ਐਡੇ ਐਡੇ ਕੌਡੇ ਰਾਖਸ਼ ਵਰਗੇ ਤਾਰ ਤੇ, ਐਡੇ ਐਡੇ ਰਾਜੇ ਤਾਰ ਤੇ, ਹੁਣ ਮੈਨੂੰ ਕਾਹਦਾ ਡਰ ਹੈ? ਤੁਮਰੋ ਸੰਗ ਸਦਾ ਜਿਉ ਹੋਹੀ। ਕਿਉਂਕਿ ਤੁਹਾਡਾ ਸੰਗ ਜਿਵੇਂ ਸਦਾ ਸਦਾ ਹੁੰਦਾ ਹੈ। ਬਹਰੋ ਭੰਤ ਭਾਈ ਗਤ ਦਾਏ। ਫੇਰ ਗਤ ਦੇ ਦੇਣ ਵਾਲੇ, ਕਲਿਆਣ ਦੇਣ ਵਾਲੇ ਕਹਿਣ ਲੱਗੇ, ਅਗਰਜ ਆਵਤ ਵੱਡੀ ਬਲਾਏ। ਅਗਰਜ ਤੋਂ ਭਾਵ ਅੱਗੇ ਇੱਕ ਬਹੁਤ ਵੱਡੀ ਬਲਾ ਆ ਰਹੀ ਹੈ। ਰੂਪ ਭਿਆਨਕ ਦੇਹ ਬਸੇਖੀ। ਬੜਾ ਭਿਆਨਕ ਰੂਪ ਹੈ, ਵੱਡੀ ਦੇਹੀ ਹੈ ਉਹਦੀ। ਡਰ ਪਾਵ ਹੈ ਜਿਨ ਅੰਗਨ ਦੇਖੀ। ਸੋ ਜਿਨ੍ਹਾਂ ਨੇ ਉਹਨੂੰ ਦੇਖਿਆ ਨਾ, ਉਹਨੂੰ ਇੱਕ ਵਾਰ ਤਾਂ ਬਹੁਤ ਡਰ ਲੱਗਦਾ ਉਹਦੇ ਸਰੀਰ ਨੂੰ ਦੇਖ ਕੇ। ਬੋਲਿਓ ਭੈ ਧਰ ਕੈ ਮਰਦਾਨਾ। ਹੁਣ ਮਰਦਾਨਾ ਫੇਰ ਡਰ ਗਿਆ। ਮਹਾਰਾਜ ਹਲੇ ਹੋਰ ਵੀ ਕੋਈ ਬਲਾ ਆਉਣੀ ਅੱਗੇ। ਭੈ ਧਾਰ ਕੇ ਬੋਲਿਆ ਹੈ, ਕਿਉਂ ਅਬ ਅਗਰਜ ਕਰੋ ਪਿਆਨਾ। ਮਹਾਰਾਜ ਜੇ ਤੁਹਾਨੂੰ ਪਤਾ ਵੀ ਅੱਗੇ ਬਲਾ ਹੈ, ਫਿਰ ਅੱਗੇ ਕਾਹਦੇ ਲਈ ਜਾਣਾ ਆਪਾਂ ਨੇ? ਤੂਰਨ ਹਟ ਕਰ ਚਲੋ ਪਛਾਰੀ। ਮਹਾਰਾਜ ਜੀ ਫੇਰ ਤਾਂ ਮੇਰੀ ਸਲਾਹ ਇਹੀ ਆ, ਪਿੱਛੇ ਹੀ ਮੁੜ ਚੱਲੀਏ ਆਪਾਂ। ਫਿਰ ਰਾਖੋ ਇਸ ਤੇ ਦੇਹ ਹਮਾਰੀ। ਮਹਾਰਾਜ ਸਾਨੂੰ ਬਚਾਓ, ਮੇਰੇ ਸਰੀਰ ਨੂੰ ਨਾ ਕਿਤੇ ਖਾ ਜਾਵੇ ਉਹ। ਇਕ ਪਾਏ ਆਤਰ ਕਿਰਪਾ ਨਿਧਾਨਾ। ਜਦੋਂ ਬਹੁਤਾ ਜ਼ਿਆਦੇ ਭੈ ਨਾਲ ਮਰਦਾਨਾ ਦੁਖੀ ਹੋਇਆ, ਉਦੋਂ ਕਿਰਪਾ ਦੇ ਖਜ਼ਾਨੇ ਬੋਲੇ। ਮੁਸਕਾਵਤ ਮੁਖ ਬਚਨ ਬਖਾਨਾ। ਮੁਸਕਰਾਉਂਦੇ ਹੋਏ ਮੁਖੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ, ਭਾਗੇ ਤੇ ਅਬ ਜਾਏ ਨਾ ਦੇ। ਮਰਦਾਨਿਆ ਭੱਜ ਕੇ ਨਹੀਂ ਜਾਣ ਦੇਣਾ ਉਹਨੇ। ਹੁਣ ਨਾ ਡਰ, ਜੇ ਆਪਾਂ ਪਿੱਛੇ ਨੂੰ ਵੀ ਭੱਜ ਲਿਆ ਨਾ, ਤੂੰ ਫੇਰ ਵੀ ਨਹੀਂ ਉਹਨੇ ਛੱਡਣਾ। ਆਰਾਮ ਨਾਲ ਤੁਰਿਆ ਮੇਰੇ ਨਾਲ। ਹੁਣ ਧਾਏ ਸਮੀਪ ਪਹੁੰਚ ਗਏ ਲਈ। ਉਹ ਤਾਂ ਐਡੀ ਵੱਡੀ ਚੀਜ਼ ਆ, ਉਹਨੇ 4 ਕਦਮ ਪੱਟਣੇ, ਤੈਨੂੰ ਭੱਜ ਕੇ ਫੜ ਲੈਣਾ। ਹੁਣ ਕਿਤੇ ਭੱਜ ਨਾ ਲਈ ਪਿੱਛੇ ਨੂੰ। ਦੋਹਰਾ ਜਾਂਤੇ ਅੱਗੇ ਹੀ ਚਲਹ। ਚੱਲ ਅੱਗੇ ਅੱਗੇ ਚੱਲ। ਹੁਣ ਕਹਿੰਦਾ ਸੀ ਜਿਹਦੇ ਨਾਲ ਗੁਰੂ ਨਾਨਕ ਆ, ਉਹਨੂੰ ਕੀ ਡਰ ਹੈ? ਹੁਣ ਡਰਨ ਲੱਗ ਪਿਆ ਹੈ। ਭਲੀ ਕਰੈ ਕਰਤਾਰ। ਉਹ ਕਰਤਾਰ ਭਲੀ ਕਰੇਗਾ, ਡਰੀਦਾ ਨਹੀਂ ਹੁੰਦਾ। ਚੱਲ ਚੱਲੀ। ਕਲ ਸਨਮੁਖ ਆਵਤ ਭਈ ਜਾਹੇ ਵੇਖ ਵਿਕਰਾਰ। ਉਹ ਜਿਹੜੀ ਹੈ ਨਾ ਕਲਹਾ ਭਿਆਨਕ ਰੂਪ ਵਾਲੀ, ਉਹ ਤਾਂ ਸਨਮੁਖ ਆ ਰਹੀ ਹੈ ਆਪਣੇ। ਚੌਪਈ ਮੇਚਕ ਵਰਨ ਅਰਨ ਚਖ ਜਾਂਕੇ। ਸੋ ਇਸ ਕਰਕੇ ਕਹਿੰਦੇ ਨੇ ਇੰਨੀ ਵੱਡੀ ਜਿਹੜੀ ਚੀਜ਼ ਆ ਰਹੀ ਸਾਹਮਣੇ, ਉਹਦਾ ਕਾਲਾ ਰੰਗ ਹੈ ਔਰ ਅਰਨ ਚਖ ਜਾਂ ਕੇ। ਅਰਨ ਹੁੰਦਾ ਲਾਲ ਰੰਗ ਦੇ, ਚਖ ਹੁੰਦਾ ਚਕਸ਼ੂ, ਕਹਿੰਦੇ ਅੱਖਾਂ ਨੂੰ। ਇਹ ਚਕਸ਼ੂ ਅੱਖਰ ਬਾਣੀ 'ਚ ਆਉਂਦਾ। ਚਖ 2 ਜਗ੍ਹਾ ਆਉਂਦਾ, ਇਸ ਤਰ੍ਹਾਂ ਕਈ ਜਗ੍ਹਾ ਆਉਂਦਾ ਬਾਣੀ ਅੰਦਰ। ਚਖ ਕਹਿੰਦੇ ਨਿਗਾਹ ਨੂੰ, ਨਿਗਾਹ ਲੱਗ ਜਾਣੀ। ਇਹ ਚੀਜ਼ ਮਹਾਰਾਜ ਨੇ ਲਿਖੀ ਵੀ ਬਾਣੀ। ਅੰਤ ਮੰਤ ਨਹਿ ਜੋ ਹਈ ਤਿਤ ਚਾਖ ਨ ਲਾਗੈ। ਚਕਸ਼ੂ ਅੱਖਾਂ, ਨਿਗਾਹ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਉਹਦੀਆਂ ਲਾਲ ਅੱਖਾਂ, ਭਿਆਨਕ ਰੂਪ ਹੈ, ਅੱਗੇ ਨੂੰ ਆ ਰਿਹਾ ਹੈ। ਦੀਰਘ ਦਾਂਤ ਭਿਆਨਕ ਤਾਂਕੇ। ਬੜੇ ਵੱਡੇ ਵੱਡੇ ਦੰਦ ਨੇ ਭਿਆਨਕ, ਉਹ ਅੱਗੇ ਆ ਰਿਹਾ ਜੋ। ਆਂਤ ਨਰਨ ਜਹ ਗਰੀਵਾ ਡਾਰੀ। ਆਂਦਰਾਂ ਬੰਦਿਆਂ ਦੀਆਂ ਉਹਨੇ ਖਾ ਖਾ ਕੇ ਨਾ, ਬੰਦਿਆਂ ਨੂੰ ਉਹਨੇ ਆਂਦਰਾਂ ਕੱਢ ਕੇ ਗਲ 'ਚ ਪਾਈਆਂ ਹੋਈਆਂ। ਇਹੋ ਜਿਹੀ ਚੀਜ਼ ਆਉਣੀ ਹੁਣ ਸਾਹਮਣੇ ਆਪਣੇ। ਕਰਮ ਹੈ ਰਕਤ ਕਪਾਲੀ ਧਾਰੀ। ਉਹਨੇ ਆਪਣੇ ਹੱਥ ਦੇ ਵਿੱਚ ਜਿਹੜੀ ਹੈ ਨਾ ਕਪਾਲੀ, ਬੰਦੇ ਦੀ ਖੋਪੜੀ, ਉਹਦਾ ਬਣਾ ਕੇ ਠੂਠਾ ਜਿਹਾ ਲਹੂ ਦਾ ਭਰਿਆ ਹੋਇਆ ਹੈ। ਲੋਹਿਤ ਬਾਲ ਛੁਟੇ ਜਿਸਾ ਪੀਠਾ। ਉਹਦੇ ਜਿਹੜੇ ਨਾ ਵਾਲ ਨੇ, ਲਾਖੇ ਤਾਂਬੇ ਰੰਗ ਦੇ ਲਾਲ ਵਾਲ, ਉਹ ਪਿੱਛੇ ਨੂੰ ਖਿਲਾਰੇ ਹੋਏ ਨੇ। ਕੰਪਾਵਤ ਸੁਰ ਅਸੁਰ ਹੈ ਡੀਠਾ। ਜਿਹਨੂੰ ਦੇਖ ਕੇ ਦੇਵਤੇ ਅਤੇ ਦੈਂਤ ਵੀ ਕੰਬ ਜਾਂਦੇ। ਏਡੀ ਭਿਆਨਕ ਬਲਾ ਆ ਰਹੀ। ਉਹਦਾ ਨਾਮ ਕਲਹਾ ਹੈ। ਬਦਨ ਪਸਾਰੇ ਸਨਮੁਖ ਆਈ। ਉਹ ਬਦਨ ਪਸਾਰ ਕੇ, ਮੂੰਹ ਅੱਡ ਕੇ ਜਦੋਂ ਸਾਹਮਣੇ ਆਈ। ਜਬ ਹੈ ਬਲੋਕੀ ਸ੍ਰੀ ਜਗ ਸਾਈ। ਜਦੋਂ ਸ੍ਰੀ ਜਗ ਦੇ ਸਾਈਂ ਜੀ ਨੇ ਬਲੋਕੀ ਤੋਂ ਭਾਵ ਦੇਖੀ। ਇੱਕ ਡੰਡਾ ਪਨ ਜਲ ਮਹਿ ਦੇਖਾ। ਇੱਕ ਡੰਡਾ ਸੀ ਪਾਣੀ ਦੇ ਵਿੱਚ ਤਰਦਾ ਪਿਆ। ਗਹਿਲੀਨੋ ਨਿਜ ਹੱਥ ਬਸੇਖਾ। ਮਹਾਰਾਜ ਨੇ ਆਪਣੇ ਕਰ ਕਮਲਾਂ 'ਚ ਡੰਡਾ ਪਕੜ ਲਿਆ। ਤੁਰਨ ਦੌੜੀ ਜਬ ਢਿੱਗ ਆਈ। ਜਦੋਂ ਨੇੜੇ ਆਈ ਤਾਂ ਛੇਤੀ ਨਾਲ ਹੀ ਦੌੜ ਲਈ ਉੱਥੋਂ।
ਸੋ ਡੰਡਾ ਮੁਖ ਦੀਨ ਚਲਾਏ। ਮਹਾਰਾਜ ਨੇ ਉਹਦੇ ਮੂੰਹ ਦੇ ਉੱਤੇ ਉਹ ਡੰਡਾ ਮਾਰਿਆ ਵਗਾ ਕੇ। ਬਲ ਕਰ ਗਹਿਨ ਲਗੇ ਨਿਜ ਹੱਥਾ। ਉਹ ਬਲ ਕਰਕੇ ਡੰਡਾ ਆਪਣੇ ਹੱਥ 'ਚ ਫੜਨ ਲੱਗੀ। ਕਛ ਨਾ ਚਲਿਓ ਬਸ ਤਿਹ ਕੇ ਸਾਥਾ। ਉਹਦੇ ਨਾਲ ਕੋਈ ਬਸ ਚੱਲਿਆ ਨਹੀਂ, ਡੰਡਾ ਇੰਨਾ ਜ਼ਬਰਦਸਤ ਸੀ ਉਹ। ਜਵਗਾ ਅੰਤਰ ਦੁਖਤ ਪੁਕਾਰੇ। ਉਹ ਡੰਡਾ ਉਹਦੇ ਮੂੰਹ 'ਚ ਹੀ ਚਲਿਆ ਗਿਆ। ਜਦੋਂ ਅੰਦਰ ਡੰਡਾ ਗਿਆ ਉਹ ਹੱਥ ਨਾਲ ਰੋਕ ਨਾ ਸਕੀ, ਬਹੁਤ ਤਕਲੀਫ ਹੋਈ ਉਸ ਨੂੰ। ਫਿਰ ਪੀੜਤ ਹਵੈ ਲੋਚਨ ਅੰਸ ਡਾਰੇ। ਉਹ ਦੁਖੀ ਹੋ ਕਰਕੇ ਅੱਖਾਂ ਵਿੱਚੋਂ ਉਹਦੇ ਪਾਣੀ ਆ ਗਿਆ ਬਹੁਤ। ਦੋਹਰਾ ਪੁਨ ਨਾਰਦ ਮੁਨ ਬੇਨ ਕਰ ਪ੍ਰੇਮ ਭਗਤ ਮੈਂ ਲੀਨ। ਫਿਰ ਨਾਰਦ ਮੁਨੀ ਉੱਥੇ ਆਇਆ, ਹੱਥ ਵਿੱਚ ਬੀਣਾ ਪਕੜੀ ਹੋਈ ਸੀ ਉਹਨੇ। ਉਹ ਪਰਮੇਸ਼ਰ ਦਾ ਗਾਇਨ ਕਰਦਾ ਨਾਰਦ ਮੁਨੀ। ਇਹ ਨਾਰਦ ਮੁਨੀ ਦੇ ਘਰ ਵਾਲੀ ਹੈ, ਕਲਹਾ ਇਹਦਾ ਨਾਮ ਹੈ। ਇਹ ਪਹਿਲੇ ਪਾਤਸ਼ਾਹ ਕੋਲ ਆਈ ਹੈ, ਜਾਂ ਫਿਰ 6ਵੇਂ ਪਾਤਸ਼ਾਹ ਕੋਲ ਆਊਗੀ, ਜਾਂ 10ਵੇਂ ਵੇਲੇ ਆਈ ਹੈ। ਇਹ ਆਉਂਦੀ ਉਦੋਂ ਹੀ ਜਦੋਂ ਕਿਤੇ ਜੰਗ ਦੇ ਆਸਾਰ ਹੋਣ। ਇਹ ਸਿਰਫ ਖੂਨ ਹੀ ਪੀਂਦੀ ਹੈ। ਇਹ ਪਤਾ ਨਹੀਂ ਇੱਥੇ ਹੁਣ ਕਿਵੇਂ ਆਈ ਹੈ। ਗਾਵਤ ਗੁਣ ਕਰਤਾਰ ਕੇ ਆਨ ਦਰਸ ਗੁਰ ਕੀਨ। ਨਾਰਦ ਮੁਨੀ ਨੇ ਫਿਰ ਕਰਤਾਰ ਦੇ ਗੁਣਾਂ ਦਾ ਗਾਇਨ ਕੀਤਾ, ਆ ਕੇ ਦਰਸ਼ਨ ਕੀਤੇ। 10ਵੇਂ ਪਾਤਸ਼ਾਹ ਨੇ ਜ਼ਿਕਰ ਕੀਤੇ, ਭਰੇ ਜੋਗਣੀ ਪੱਤਰ 64 ਚਾਰੰਗ ਚਲੀ ਠਾਮ ਠਾਮੰਗ ਡਕਾਰੰਗ ਡਕਾਰੰਗ ਭਰੇ ਨੇਹ ਗੇਹੰ ਗਏ ਕੰਕ ਬੰਕੰ ਲੋ ਸੂਰਬੀਰੰ ਹਾੜੰਗ ਨਰਸੰਕੰ ਚਲੇ ਨਾਰਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਬਜਾਏ ਗਿਰੇ ਬਾਜ ਗਾਜੀ ਗੱਜੀ ਪੀਰ ਖੇਤੰ ਰੁਲੇ ਤਛ ਮੁਛੰਗ ਨੱਚੇ ਕੀ ਵੀਰ ਖੇਤੰ। ਇਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤੇ ਨੇ। ਇਹ ਚੰਡੀ ਚਰਿੱਤਰ ਭਾਗ ਦੂਜੇ ਵਿੱਚ, ਪਹਿਲੇ ਵਿੱਚ ਵੀ ਬਹੁਤ ਕੀਤਾ ਮਹਾਰਾਜ ਨੇ। ਬਹੁਤ ਤਾਕਤਵਰ ਚੀਜ਼ ਹੈ ਇਹ। ਇਸ ਕਰਕੇ ਜੰਗ ਵਿੱਚ ਆ ਕੇ ਸਿਰਫ ਖੂਨ ਪੀਣਾ ਹੀ ਇਹਦਾ ਕੰਮ ਹੁੰਦਾ। ਇਹਦਾ ਪਤੀ ਹੈ ਨਾਰਦ ਮੁਨੀ, ਇਹ ਚੱਲ ਕੇ ਆਇਆ ਹੈ। ਚੌਪਈ ਦੋਹੇ ਦੇ ਸੰਬੰਧ ਹੈ ਸੀਸਨ ਵਾਈ। ਦੋਨੋਂ ਪਾਸੇ ਉਸ ਵਕਤ ਕਰਕੇ ਮੱਥਾ ਟੇਕਣਾ ਕੀਤਾ ਹੈ। ਕਹਿ ਕਰ ਕਲ ਕੋ ਦੀਨ ਛੁਟਾਈ। ਫਿਰ ਉਸ ਵਕਤ ਕਹਿ ਕਰਕੇ ਨਾ ਬੇਨਤੀ ਕੀਤੀ, ਮਹਾਰਾਜ ਇਹਨੂੰ ਛੱਡ ਦਿਓ, ਇਹ ਅਣਜਾਣ ਹੈ, ਇਹ ਨਹੀਂ ਜਾਣਦੇ ਤੁਸੀਂ ਕੌਣ ਹੋ ਜੀ। ਬਾਹਰ ਬਲੋਕਨ ਲੱਗਿਓ ਸਰੂਪਾ। ਫਿਰ ਸਰੂਪ ਦੇਖਣ ਲੱਗਿਆ ਮਹਾਰਾਜ ਦਾ। ਬਨੀ ਛੋ ਛਾਬਾ ਜਨ ਸੁਧਾ ਅਨੂਪਾ। ਮਨ ਬਹੁਤ ਹੀ ਸ਼ੋਭਾ ਜਿਹੜੀ ਹੈ ਸੁੰਦਰ ਸਰੂਪ ਦੀ ਹੈ ਮਹਾਰਾਜ ਦੀ। ਕੀਰਤਨਾ ਤ੍ਰਿਪਤੈ ਲੋਚਨ ਡੋਨੈ। ਨੇਤਰਾਂ ਦੇ ਨਾਲ, ਨੇਤਰਾਂ ਰੂਪੀ ਡੋਨਿਆਂ ਨਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਪੀਂਦਾ ਹੋਇਆ ਰਾਜਧਾਨੀ ਹੈ। ਵਰਣਨ ਲਗਾ ਸੋ ਜਸ ਬਚਲੋਨੇ। ਵਰਣਨ ਕਰਨ ਲੱਗਿਆ ਫਿਰ ਜਿਹੜੇ ਸੁੰਦਰ ਬਚਨ ਸਨ। ਆਦ ਦੁਆਦਸ ਵਾਕ ਬਖਾਨੈ। ਉਸ ਵਕਤ ਜਿਹੜੇ ਸੀਗੇ ਪਹਿਲੇ ਵਿੱਚ, ਉਸ ਵਕਤ ਆਦ ਦੁਆਦਸ ਵਾਕ ਬਖਾਨੇ, ਇਹ 12 ਵਾਕ ਕਹੇ ਹਨ। ਬ੍ਰਹਮਾ ਪ੍ਰਤੀ ਸਰੂਪ ਪਛਾਨੈ। ਉਸ ਵਕਤ ਬ੍ਰਹਮਾ ਪ੍ਰਤੀ, ਬ੍ਰਹਮਾ ਤਾਈ ਸਰੂਪ ਪਛਾਣਿਆ ਹੈ। ਤਿਨ ਤੇ ਵੇਦਾ ਪੁਨ ਵੇਦ ਉਚਾਰੇ। ਉਹਦੇ ਤੋਂ ਫਿਰ ਬ੍ਰਹਮਾ ਨੇ ਵੇਦ ਉਚਾਰਨਾ ਕੀਤੇ ਹਨ। ਸਤਜੁਗ ਧਰਮ ਕੀਨ ਪ੍ਰਤਪਾਰੇ। ਇਹ ਇਉਂ ਮਹਾਰਾਜ ਦੀ ਉਪਮਾ ਇਸ ਤਰ੍ਹਾਂ ਕਰਦਾ ਹੈ, ਕਹਿੰਦਾ ਪਹਿਲਾਂ ਤੁਸੀਂ ਹੈ ਪ੍ਰਮਾਤਮ ਦੇਵ ਜੀ ਆਦ ਦੁਆਦਸ ਵਾਕ ਬਖਾਨੇ। ਕਹਿੰਦਾ ਪਹਿਲਾਂ ਤੁਸੀਂ 12 ਬਚਨ ਕਹੇ ਸੀ। 12 ਬਚਨਾਂ ਤੋਂ ਇਹ 3-3 ਬਚਨਾਂ ਤੋਂ 4 ਵੇਦ ਬਣਾਏ ਸੀ। 3 ਚੌਕੇ 12। ਇਹ ਜਿਹੜੇ ਵਾਕ ਨੇ, ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਅਕਰੈ, ਤਾਂ ਇਸ ਤਰ੍ਹਾਂ ਦੇ ਵਾਕ ਹੁੰਦੇ ਨੇ, ਮਹਾਵਾਕ। ਔਰ ਇਸ ਤਰ੍ਹਾਂ ਇਹ ਵਾਕ ਜਿਹੜੇ ਜਪਜੀ ਸਾਹਿਬ 'ਚ 4 ਮਹਾਵਾਕ ਆਏ ਨੇ। ਜਿਵੇਂ ਜਿਹੜੇ ਵਾਕ ਆਉਂਦੇ ਨੇ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ 4 ਮਹਾਵਾਕ ਨੇ 4 ਪੌੜੀਆਂ 'ਚ। ਜਦੋਂ ਸਿੱਧਾ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਸੀ, ਉਦੋਂ ਉਹਨਾਂ ਨੇ ਪੁੱਛਿਆ ਸੀ ਕਿ ਫਿਰ ਇਹ ਮਹਾਵਾਕ ਤੁਹਾਡੇ ਕੋਲ ਕਿਹੜੇ ਨੇ, ਕਿਉਂਕਿ ਸਤਿਗੁਰੂ ਜੀ ਤਾਂ ਸਾਰਾ ਕੁਝ ਜਾਣਦੇ ਨੇ ਕਿ ਵਿੱਚ ਕਿੱਥੇ ਕੀ ਕੀ ਆ। ਉਦੋਂ ਗੁਰੂ ਸਾਹਿਬ ਨੇ ਸਿੱਧਾ ਨੂੰ ਦੱਸਿਆ ਸੀ ਇਹ ਸਾਡੇ ਕੋਲ 4 ਮਹਾਵਾਕ ਨੇ। ਇਹ ਜਪਜੀ ਸਾਹਿਬ ਦੀ ਬਾਣੀ ਐਵੇਂ ਛੋਟੀ ਮੋਟੀ ਨਹੀਂ, ਜਪਜੀ ਸਾਹਿਬ ਸਭ ਤੋਂ ਸ਼੍ਰੋਮਣੀ ਬਾਣੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ। ਸੋ ਇਸ ਤਰ੍ਹਾਂ ਕਹਿੰਦੇ ਪਹਿਲਾਂ ਤੁਸੀਂ ਜਿਹੜੇ ਸੀ 12 ਵਾਕ ਕਹੇ ਨੇ, ਫਿਰ ਬ੍ਰਹਮਾ ਪ੍ਰਤੀ ਸਰੂਪ ਪਛਾਨੇ। ਫਿਰ ਜੀ ਬ੍ਰਹਮਾ ਪ੍ਰਤੀ ਸੀ ਤਾਂ ਹੀ ਸਰੂਪ ਪਛਾਣਿਆ, ਬ੍ਰਹਮਾ ਨੇ ਜਾਣਿਆ ਤੁਹਾਨੂੰ,
ਤਿੰਨ ਤੇ ਵਿਦ ਪੁਨ ਵੇਦ ਉਚਾਰੇ। ਫਿਰ ਬ੍ਰਹਮਾ ਨੇ ਇਹ ਵੇਦ ਜਿਹੜੇ ਸੀ ਉਚਾਰਨਾ ਕੀਤੇ ਨੇ। ਸੋ ਇਸ ਤਰ੍ਹਾਂ ਆਤਮ ਵਿਦਿਆ ਸੰਬੰਧੀ ਉਪਨਿਸ਼ਦਾਂ ਦੇ ਦੱਸੇ ਮਹਾਵਾਕ ਤਤਵੰ ਅਸ ਅੰਗ ਬ੍ਰਹਮਿਸ। ਫਿਰ ਇਸ ਤਰ੍ਹਾਂ ਹੀ ਅਯਮ ਆਤਮਾ ਬ੍ਰਹਮ, ਪ੍ਰਗਿਆਨੰਦ ਬ੍ਰਹਮ, ਇਹ ਮੁੱਖ ਚਾਰ ਹਨ। ਇੱਕ ਇੱਕ ਵਾਕ ਦੇ ਤਿੰਨ ਤਿੰਨ ਹਿੱਸੇ ਕਰਕੇ ਇਹਨਾਂ ਚੌਹਾਂ ਦੇ 12 ਗਿਣ ਲੈਂਦੇ ਨੇ। ਪਰੰਤੂ ਇਹਨਾਂ ਤੋਂ ਛੁੱਟ ਐਸੇ ਵਾਕ ਵੀ ਮਹਾਵਾਕ ਕਹਾਉਂਦੇ ਨੇ, ਜਿਵੇਂ ਬ੍ਰਹਮ ਵੇਦਨ ਸਰਬਮ, ਸੋਹੰ ਮਮਸਿਮ, ਸਤਿਅੰ ਗਿਆਨਮ ਅਨੰਤ ਬ੍ਰਹਮ। ਇਸ ਤਰ੍ਹਾਂ 12 ਵਾਕ ਪੂਰੇ ਕਰਦੇ ਨੇ। ਕਈ ਇਸ ਵਾਕਿਆ ਨੂੰ ਓਮ ਨਮੋ ਭਗਵਤੇ ਵਾਸੁਦੇਵਾਏ ਨੂੰ ਵੀ ਦੁਆਦਸ ਵਾਕ ਕਹਿੰਦੇ ਨੇ। ਪਰ ਇਹ ਦੁਆਦਸ ਅੱਖਰ ਜਿਹੜੇ ਨੇ ਵਾਕ ਤਾਂ ਇੱਕੋ ਹੀ ਹੈ। ਨਾਰਦ ਮੁਨੀ ਕਹਿੰਦਾ ਹੈ ਮਹਾਰਾਜ ਨੂੰ, ਅਕਾਲ ਪੁਰਖ ਜਾਣ ਕੇ ਕਹਿੰਦਾ, ਹੇ ਰੱਬਾ, ਹੇ ਪਰਮੇਸ਼ਰ, ਪਹਿਲਾਂ ਤੁਸੀਂ ਬ੍ਰਹਮਾ ਨੂੰ ਦੁਆਦਸ ਵਾਕ ਕਹੇ ਸੋ ਤਾਂ ਕਿ ਬ੍ਰਹਮਾ ਆਪ ਦੇ ਸਰੂਪ ਨੂੰ ਪਛਾਣੇ। ਜਦੋਂ ਤੁਸੀਂ 12 ਵਾਕ ਕਹੇ ਸੀ, ਫਿਰ ਬ੍ਰਹਮਾ ਨੇ 12 ਵਾਕ ਸੁਣ ਕੇ ਆਪਣੇ ਅੰਦਰੋਂ ਆਪਣੇ ਸਰੂਪ ਨੂੰ ਪਛਾਣਿਆ ਸੀ। ਫਿਰ ਆਪ ਨੂੰ, ਆਪਣੇ ਆਪ ਨੂੰ ਪਛਾਣ ਕੇ ਉਹਨਾਂ ਵਾਕਾਂ ਤੋਂ ਬ੍ਰਹਮਾ ਨੇ ਫਿਰ ਵੇਦ ਕਹੇ। ਇੱਥੇ ਕਵੀ ਜੀ ਗੁਰੂ ਜੀ ਨੂੰ ਬ੍ਰਹਮਾ ਦਾ ਵੀ ਗਿਆਨ ਦਾਤਾ ਦੱਸ ਰਹੇ ਨੇ ਅਤੇ ਅੱਗੇ ਚੌਹਾਂ ਯੁੱਗਾਂ ਦੇ ਧਰਮ ਕਹਿਣ ਇਸ ਪ੍ਰਕਾਰ ਲੱਗੇ ਹਨ। ਨਾਮ ਹੈ ਸੰਗ ਜੋਗ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਤੁਸੀਂ ਕਿਰਪਾ ਕੀਤੀ ਹੈ। ਸੋ ਸਾਰੇ ਜਿਹੜੇ ਯੁੱਗ ਬਣਾਉਣਾ ਕੀਤੇ ਨੇ, ਉਹਦੇ ਵਿੱਚ ਨਾਮ ਦੇ ਨਾਲ ਜਿਹੜਾ ਤੁਸੀਂ ਕੀਤਾ ਹੈ ਯੋਗ, ਸਤਯੁਗ ਧਰਮ ਕੀਨ ਪ੍ਰਤਪਾਰੇ, ਤਿੰਨ ਤੇ ਵਿਦ ਪੁਨ ਵੇਦ ਉਚਾਰੇ। ਫਿਰ ਸਤਯੁਗ ਜਿਹੜਾ ਸੀ ਉਹ ਤੁਸੀਂ ਧਰਮ ਪਾਲਣਾ ਕੀਤਾ ਸਤਯੁਗ ਦੇ ਵਿੱਚ, ਤੇ ਨਾਮੈ ਸੰਗ ਜੋਗ। ਫਿਰ ਤੁਸੀਂ ਨਾਮ ਦੇ ਨਾਲ ਜੋਗ ਬਣਾਇਆ ਹੈ। ਉਪਦੇਸ਼ਾ, ਫਿਰ ਤੁਸੀਂ ਇਹ ਉਪਦੇਸ਼ ਕੀਤਾ ਨਾਮ ਦਾ, ਜੋ ਸਤਯੁਗ ਦੇ ਸਮੇਂ ਵਿੱਚ ਧਰਮ ਨੂੰ ਪਾਲਿਆ ਹੈ। ਸਿਮਰਹਿ ਨਰ ਜੇ ਕਟੇ ਕਲੇਸ਼ਾ। ਜਿਹੜੇ ਬੰਦੇ ਨਾਮ ਸਿਮਰਨ ਕਰਦੇ ਨੇ ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਨੇ। ਬਹੁਰ ਨਰਨ ਕੇ ਅਲਪ ਮਨੀਖਾ। ਕਿਉਂਕਿ ਜਿਹੜੇ ਬੰਦੇ ਨੇ ਇਹਨਾਂ ਦੀ ਬੁੱਧੀ ਅਲਪ ਜੀ ਹੁੰਦੀ ਹੈ, ਬਾਹਲੀ ਵੱਡੀ ਨਹੀਂ ਹੁੰਦੀ, ਪਰ ਰੌਲਾ ਜ਼ਿਆਦੇ ਪਾਉਂਦੇ ਹਨ। ਇਹ ਤਨਹਿ ਦੇਖ ਦੀਨੀ ਅਸ ਸਿੱਖਾ। ਤੁਸੀਂ ਇਹ ਜੀ ਸਿੱਖਿਆ ਫਿਰ ਦੇਖ ਕਰਕੇ ਉਹਨਾਂ ਦੀ ਅਲਪ ਬੁੱਧੀ ਮੁਤਾਬਕ ਦਿੱਤੀ। ਮਨ ਭੂਪਤ ਕੇ ਹਵਾਏ ਕਰ ਦੁਆਰਾ। ਮਨੂ ਰਾਜੇ ਦੇ ਦਰ ਦੇ ਉੱਤੇ ਹੋ ਕਰਕੇ ਸੁਭ ਸਿਮਰਤ ਕੋ ਕੀਨ ਉਚਾਰਾ। ਫਿਰ ਸਿਮਰਤੀਆਂ ਦਾ ਉਚਾਰਨ ਹੋਇਆ ਉਸ ਵਕਤ। ਸਿਮਰਨ ਨਾਮ ਯੱਗ ਹੈ ਕੋ ਕਰਨਾ। ਫਿਰ ਸਿਮਰਨ ਕਰਨਾ, ਯੱਗ ਕਰਨੇ ਆਦਿਕ ਦਿੱਤੇ ਹਨ। ਤ੍ਰੈਤੇ ਯੁਗ ਮਹਿ ਨੀਕੇ ਹੈ ਧਰਮਾ। ਫਿਰ ਤੁਸੀਂ ਤ੍ਰੇਤੇ ਯੁੱਗ ਦੇ ਵਿੱਚ ਇਹ ਜਿਹੜੇ ਸੀ ਲੋਕਾਂ ਨੂੰ ਚੰਗਾ ਧਰਮ ਲਾਇਆ। ਕਿਉਂਕਿ ਜਿਵੇਂ ਜਿਵੇਂ ਪਹਿਲਾਂ ਬਿਲਕੁਲ ਲੋਕਾਂ ਦੇ ਮਨ ਸੀ ਸਤਯੁਗ ਦੇ ਵਿੱਚ ਸੱਚ ਬੋਲਣਾ, ਉਦੋਂ ਲੋਕ ਇਹੋ ਜਿਹੇ ਨਹੀਂ ਸੀ ਹੁੰਦੇ ਖਰਾਬ ਜਿਹੇ, ਬੜੇ ਹੀ ਸਾਫ ਸੁਥਰੇ ਮਨਾਂ ਵਾਲੇ, ਵੀ ਇਹ ਤੇਰੀ ਚੀਜ਼ ਆ ਬਈ ਇਹ ਸਾਡੀ ਨਹੀਂ ਹੈ। ਬਹੁਤ ਹੀ ਸੱਚਾ ਸੁੱਚਾ ਯੁੱਗ ਸੀ ਜਿਹੜਾ। ਉਦੋਂ ਤਾਂ ਸਿਰਫ ਥੋੜੇ ਅਭਿਆਸ ਨਾਲ ਹੀ ਕੰਮ ਬਣ ਜਾਂਦਾ ਜੀਵਨ ਦਾ ਉਦੋਂ, ਕਿਉਂਕਿ ਜਿੱਥੇ ਕੋਈ ਗੁਨਾਹ ਹੀ ਨਾ ਹੋਵੇ, ਬਹੁਤ ਘੱਟ ਗੁਨਾਹ, ਉੱਥੇ ਜੀਵਨ ਦਾ ਭਲਾ ਜ਼ਿਆਦਾ ਹੋਇਆ। ਫਿਰ ਸਤਯੁਗ ਇਸ ਤਰ੍ਹਾਂ ਤ੍ਰੇਤੇ ਵਿੱਚ ਆ ਕੇ ਥੋੜੇ ਲੋਕ ਥੋੜੇ ਜਿਹੇ ਹੋਰ ਤਰ੍ਹਾਂ ਦੇ ਹੋ ਗਏ। ਫਿਰ ਥੋੜਾ ਜਿਹਾ ਹੋਰ ਜ਼ਿਆਦਾ ਉਪਦੇਸ਼ ਕਰਨਾ ਪਿਆ। ਦੁਆਪਰ ਵਿੱਚ ਹੋਰ ਹੋ ਗਏ। ਸੋ ਇਸ ਤਰੀਕੇ ਨਾਲ ਲੋਕ ਬਦਲਦੇ ਗਏ। ਤੁਹਾਨੂੰ ਫਿਰ ਜ਼ਿਆਦਾ ਉਹਨਾਂ ਕੁ ਉਪਦੇਸ਼, ਜੇ ਮਾੜਾ ਜਿਹਾ ਉਪਦੇਸ਼ ਕਰਨਾ ਹੋਵੇ ਫਿਰ ਮਾੜਾ ਮੋਟਾ ਅਵਤਾਰਾਂ ਦਾ ਭੇਜਣਾ ਕਰਦੇ ਸੀ। ਕਲਯੁਗ ਦਾ ਸਮਾਂ ਆ ਗਿਆ, ਇਹ 'ਚ ਮਾੜਾ ਮੋਟਾ ਨਹੀਂ ਚੱਲਦਾ। ਇੱਥੇ ਫਿਰ ਤੁਸੀਂ ਆਪ ਚੱਲ ਕੇ ਆਏ ਹੋ। ਤਾਹੀਂ ਕਰ ਬਹੁ ਕੀਗਤ ਕੀਨੀ। ਤੁਸੀਂ ਬਹੁਤ ਲੋਕਾਂ ਦੀ ਉਦੋਂ ਵੀ ਕਲਿਆਣ ਕੀਤੀ ਸੀ, ਕਲਯੁਗ ਦੇ ਸਮੇਂ ਤੋਂ ਪਹਿਲਾਂ ਵੀ। ਧਰਮ ਰੀਤ ਪ੍ਰਤਪਾਰ ਪਰਵੀਨੀ। ਆਪ ਜੀ ਨੇ ਧਰਮ ਦੀ ਰੀਤੀ ਨੂੰ ਚੰਗੀ ਤਰ੍ਹਾਂ ਹਰੇਕ ਯੁੱਗ ਦੇ ਵਿੱਚ ਚਲਾਇਆ ਹੈ। ਪੁੰਨ ਤਾਂ ਤੇ ਮਤ ਮਤ ਕੋ ਮਾਨਾ। ਫਿਰ ਆਦਮੀ ਉਸ ਤੋਂ ਬਾਅਦ ਮੰਦੀ ਮੱਤ ਵਾਲੇ ਹੋ ਗਏ। ਦਿਮਾਗ ਦੇ ਅੰਦਰ ਗੱਲਾਂ ਇੰਨੀਆਂ ਭੈੜੀਆਂ ਭੈੜੀਆਂ ਖਿਆਲ, ਮਾੜੇ ਖਿਆਲਾਂ ਦੇ ਲੋਕ ਪੈਦਾ ਹੋ ਗਏ। ਤਨਹਿ ਦੇਖ ਤੁਮ ਕੀਏ ਪੁਰਾਨਾ। ਤੁਸੀਂ ਦੇਖਿਆ ਕਿ ਹੁਣ ਬਾਹਲੀ ਮੱਤ ਮਾੜੀ ਹੋ ਗਈ, ਫਿਰ ਤੁਸੀਂ ਪੁਰਾਣ ਰਚੇ, ਪੁਰਾਣਾ ਨਾਲ ਲੋਕਾਂ ਦਾ ਸੁਧਾਰ ਹੋ ਸਕੇ। ਵਿਆਸ ਰੂਪ ਹਵੈ ਸੁਗਮ ਬਖਾਨੇ। ਤੁਸੀਂ ਫਿਰ ਉਹ ਇਹੋ ਜਿਹਾ ਇੱਕ ਰੂਪ ਭੇਜ ਦਿੱਤਾ ਦੁਨੀਆ 'ਚ, ਵਿਆਸ ਨੂੰ ਭੇਜਿਆ
ਜਿਹਨੂੰ ਬਹੁਤ ਗਿਆਨਵਾਨ ਮੰਨਿਆ ਬਿਆਸ ਜੀ ਨੂੰ, ਉਹਨਾਂ ਫਿਰ ਆ ਕੇ ਦੁਨੀਆ ਨੂੰ ਪ੍ਰਾਣ ਦਿੱਤੇ ਵੀ ਲੋਕ ਸੁਧਰ ਜਾਣਗੇ। ਨਾਮ ਭਜਨ ਪੂਜਾ ਸੋ ਦ੍ਰਿੜਾਨੇ, ਉਹਨਾਂ ਨੇ ਆ ਕੇ ਦੁਨੀਆ ਦੇ ਅੰਦਰ ਨਾਮ ਭਜਨ ਵੀ ਕਰਵਾਇਆ, ਪੂਜਾ ਵੀ ਕਰਵਾਈ ਆ ਕੇ। ਇਵ ਦੁਆਪਰ ਮੈਂ ਕੀਨ ਉਧਾਰਾ, ਇਸ ਤਰ੍ਹਾਂ ਦੁਆਪਰ ਦੇ ਵਿੱਚ ਤੁਸੀਂ ਉਧਾਰ ਕੀਤਾ ਜਗ ਦਾ। ਜਗਤ ਧਰਮ ਨੀਕੇ ਪ੍ਰਤਪਾਰਾ, ਜਗਤ ਦੇ ਵਿੱਚ ਜਿਹੜਾ ਸੀ ਧਰਮ ਦੀ ਚੰਗੀ ਪਾਲਣਾ ਕਰਵਾਈ ਹੈ। ਅਬ ਕਲ ਕਾਲ ਮਨੀਖਾ ਹੀਨੇ, ਹੁਣ ਕਲਯੁਗ ਦੇ ਸਮੇਂ ਦੇ ਵਿੱਚ ਬੁੱਧੀ ਹੈ ਹੀ ਨਹੀਂ। ਚਲੋ ਰਿਜੈਕਟ ਹੀ ਕਰਤੀ ਬੁੱਧੀ। ਪਹਿਲਾਂ ਤਾਂ ਕਹਿੰਦੇ ਸੀਗੇ ਸਤਯੁਗ ਦੇ ਵਿੱਚ ਲੋਕਾਂ ਨੂੰ ਪਾਲਿਆ, ਉਦੋਂ ਬੰਦਾ ਕੀ ਸੀ, ਬਹੁਰ ਨਰਨ ਕੀ ਅਲਪ ਮਨੀਖਾ, ਮਨੀਖਾ ਹੁੰਦੀ ਬੁੱਧੀ। ਉਦੋਂ ਬੰਦਿਆਂ ਦੀ ਅਲਪ ਜੀ ਬੁੱਧੀ ਸੀ ਸਤਯੁਗ ਦੇ ਵਿੱਚ। ਫਿਰ ਉਦੋਂ ਬਾਅਦ ਜਿਹੜੀ ਬੁੱਧੀ ਆਈ ਉਹ ਮੰਦ ਬੁੱਧੀ ਆਈ ਅਗਲੇ ਯੁੱਗ ਵਿੱਚ। ਤੇ ਉਦੋਂ ਬਾਅਦ ਫਿਰ ਜੋ ਕਲਯੁਗ ਵਿੱਚ ਮਨੀਖਾ ਤੋਂ ਹੀਨੇ, ਕਲਯੁਗ ਵਿੱਚ ਬੰਦੇ ਕੋਲ ਬੁੱਧੀ ਤਾਂ ਹੈ ਪਰ ਆਤਮ ਵਿਸ਼ੈਣੀ ਬੁੱਧੀ ਹੈ ਹੀ ਨਹੀਂ। ਬੁੱਧੀ ਤੋਂ ਹੀਣੇ ਬੰਦੇ ਨੇ ਕਲਯੁਗ ਦੇ ਵਿੱਚ। ਇਹ ਹੁਣ ਤੁਸੀਂ ਤਾਰਨੇ ਸਾਰੇ। ਲੰਪਟ ਵਿਸੈ ਹੈ ਪਰਮਾਨ ਮਲੀਨੈ, ਇਹ ਮੰਦ ਬੁੱਧੀ ਕਿਉਂ ਗਿਣੇ ਗਏ ਜੀ? ਬੁੱਧੀ ਹੈ ਨਹੀਂ ਇਹਨਾਂ ਦੀ। ਕਹਿੰਦੇ ਜਿਹੜੇ ਬੰਦਿਆਂ ਦੇ ਮਨ ਦੇ ਅੰਦਰ ਹਮੇਸ਼ਾ ਕਾਮ ਕ੍ਰੋਧ ਹੀ ਫਸਿਆ ਹੈ, ਉਹਦੀ ਬੁੱਧੀ ਤੁਸੀਂ ਬੁੱਧੀ ਗਿਣਦੇ ਹੋ? ਉਹਦੀ ਤਾਂ ਬੁੱਧੀ ਹੈ ਹੀ ਨਹੀਂ। ਜਿਸ ਬੰਦੇ ਅੰਦਰ ਵਿਸ਼ੇ ਵਿਕਾਰ ਹੀ ਰਹਿੰਦੇ ਨੇ ਹਰ ਟਾਈਮ, ਜਿਹਦੇ ਅੰਦਰ ਹਮੇਸ਼ਾ ਚੋਰੀ ਯਾਰੀ ਠੱਗੀ ਹੋਈ ਬਸੀ ਹੋਈ ਆ, ਉਹ ਬੁੱਧੀ ਨਹੀਂ ਗਿਣੀ ਜਾਂਦੀ। ਬੁੱਧੀ ਤਾਂ ਬਹੁਤ ਉੱਚੀ ਚੀਜ਼ ਹੁੰਦੀ ਹੈ। ਬੁੱਧੀ ਤਾਂ ਉਹ ਗਿਣੀ ਜਾਂਦੀ ਜਿਹੜਾ ਸਾਫ਼ ਦਿਲ ਹੋਵੇ ਬੰਦਾ, ਚੋਰੀ ਯਾਰੀ ਠੱਗੀ ਹੇਰਾ ਫੇਰੀ ਵਿਸ਼ਿਆਂ ਵਿਕਾਰਾਂ ਤੋਂ ਬਚਿਆ ਹੋਵੇ, ਉਹਨੂੰ ਗਿਣਦੇ ਵੀ ਇਹ ਸਾਫ਼ ਬੁੱਧੀ ਬੰਦਾ, ਬੜੀ ਉੱਚੀ ਮੱਤ ਵਾਲਾ। ਇੱਥੇ ਤਾਂ ਕਿਸੇ ਦੀ ਉੱਚੀ ਮੱਤ ਹੀ ਹੈ ਨਹੀਂ। ਇਹ ਤਾਂ ਕਹਿੰਦੇ ਉਹਨੂੰ ਮਾਰ ਦਿਓ, ਉਹ ਤੋਂ ਖੋਲੋ, ਉਹਦਾ ਆ ਬੁਰਾ ਕਰ ਦਿਓ, ਉਹਦਾ ਕਰ ਦਿਓ। ਇੱਥੇ ਤਾਂ ਸਾਰੇ ਥੱਲਿਓਂ ਉੱਤੇ ਤੱਕ, ਉੱਤਿਓਂ ਥੱਲੇ ਤੱਕ ਇੱਕ ਦੂਜੇ ਨੂੰ ਮਾਰਨ ਹੀ ਲੱਗੇ ਹੋਏ ਨੇ। ਇੱਕ ਦੂਜੇ ਇੰਨਾ ਵਿਸ਼ਾ ਵਿਕਾਰ ਹੈ ਦੁਨੀਆ 'ਚ। ਇਹ ਤਾਂ ਡੰਗਰਾਂ ਤੋਂ ਵੀ ਭੈੜੇ ਬੰਦੇ ਨੇ, ਕਿਉਂਕਿ ਡੰਗਰ ਵੀ ਕੁਛ ਮਾੜਾ ਮੋਟਾ ਹਿਸਾਬ ਨਾਲ ਚੱਲਦੇ ਨੇ ਵਿਸ਼ਿਆਂ ਵਿਕਾਰਾਂ 'ਚ। ਇਹ ਤਾਂ ਹੁਣ ਐਡਾ ਕਲਯੁਗ ਛਾ ਗਿਆ ਵੀ ਮੱਤ ਬਿਲਕੁਲ ਹੀ ਜਿਹੜੀ ਹੈ ਖਤਮ ਹੀ ਹੋ ਚੁੱਕੀ ਬੰਦਿਆਂ ਦੀ। ਤਿਨ ਕੇ ਹਿਤ ਕਰ ਕੈ ਸੁਠ ਬਾਣੀ, ਤੁਸੀਂ ਫਿਰ ਕੀ ਕੀਤਾ ਵੀ ਬੰਦਿਆਂ ਨੂੰ ਇਹ ਚੱਕਰ 'ਚੋਂ ਕੱਢਣ ਲਈ ਸੁੰਦਰ ਗੁਰਬਾਣੀ ਰਚੀ। ਇੱਕ ਓੰਕਾਰ ਸਤਨਾਮ ਤੋਂ ਲੈ ਕੇ ਇਤਨਾ ਸੁੰਦਰ ਬਾਣੀ ਦਾ ਪ੍ਰਵਾਹ ਰਚਿਆ ਤਾਂ ਕਿ ਤੁਸੀਂ ਬੰਦਿਆਂ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਇਹਨਾਂ ਨੂੰ ਬੰਦਾ ਹੋਏ ਸੋ ਬੰਦਗੀ ਗਹਿ। ਬੰਦਗੀ ਦੇਣ ਲਈ ਬੰਦੇ ਨੂੰ ਤੁਸੀਂ ਬੰਦਗੀ ਦਿੱਤੀ ਹੈ। ਵਿਕਾਰਾਂ ਤੋਂ ਇਹਨਾਂ ਬੰਦਿਆਂ ਨੂੰ ਬਚਾਉਣ ਲਈ, ਕੱਢਣ ਲਈ, ਇਹਨਾਂ ਦੀ ਮੰਦ ਬੁੱਧੀ ਨੂੰ ਤੁਸੀਂ ਸ੍ਰੇਸ਼ਟ ਬਣਾਉਣ ਲਈ ਇਹ ਬਾਣੀ ਰਚੀ ਹੈ। ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ। ਐਸੀ ਗੁਰਮਤ ਪਾਈਲੇ, ਬੂੜਤ ਘੋਰ ਅੰਧ ਕੂਪ ਮਹਿ ਨਿਕਸੋ ਮੇਰੇ ਭਾਈ ਰੇ ਰਹਾਓ। ਮਹਾ ਅਗਾਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਰਤਨਾਗਰ। ਦੁੱਤਰ ਅੰਧ ਬਿਖਮ ਇਹ ਮਾਇਆ, ਗੁਰ ਪੂਰਾ ਪ੍ਰਗਟ ਮਾਰਗ ਦਿਖਾਇਆ। ਜਾਪ ਤਾਪ ਕਛ ਉਕਤ ਨਾ ਮੋਰੀ, ਗੁਰੂ ਨਾਨਕ ਸਰਣਾਗਤ ਤੋਰੀ। ਕਹਿੰਦੇ ਗੁਰੂ ਨਾਨਕ ਦੇਵ ਜੀ ਅਸੀਂ ਤਾਂ ਤੁਹਾਡੀ ਸ਼ਰਨ ਹੈ। ਸਾਡੀ ਤਾਂ ਮਨ 'ਚ ਹਮੇਸ਼ਾ ਹੀ ਪਤਾ ਨਹੀਂ ਕਿਉਂ ਨਾਮ ਦੀ ਤਾਂ ਗੱਲ ਹੀ ਨਹੀਂ ਆਉਂਦੀ। ਜਦੋਂ ਦੇਖੋ ਇਹ ਕਾਮ ਹੀ ਸਤਾਈ ਜਾਂਦਾ, ਕ੍ਰੋਧ ਸਤਾਈ ਜਾਂਦਾ, ਲੋਭ ਮੋਹ ਹੰਕਾਰ ਸਤਾਉਂਦੇ ਨੇ। ਸਾਡੀ ਬੁੱਧੀ ਉੱਤੇ 5 ਜਿੰਨ ਖੜੇ ਨੇ ਜਿਹੜੇ ਸਾਨੂੰ ਹਮੇਸ਼ਾ ਤੰਗ ਕਰਦੇ ਨੇ। ਉਹ ਮਹਾਰਾਜ ਕਹਿੰਦੇ ਨਾ 5 ਜਿੰਨਾਂ ਨਾਲ ਜੰਗ ਕਰਨਾ ਸੌਖਾ ਨਹੀਂ। ਨਾਮ ਜਪੋ, ਨਾਮ ਨਾਲ ਹੀ ਆਪਾਂ ਬੁੱਧੀ ਸਵੱਛ ਕਰ ਸਕਦੇ ਹਾਂ। ਏਕ ਨਾਮ ਉਪਦੇਸਹ ਪ੍ਰਾਣੀ, ਤੁਸੀਂ ਹੁਣ ਪ੍ਰਾਣੀਆਂ ਨੂੰ ਇੱਕ ਨਾਮ ਦੀ ਸਿੱਖਿਆ ਦਿੱਤੀ ਸੱਚੇ ਪਾਤਸ਼ਾਹ ਧੰਨੋ। ਸਿਮਰਹਿ ਸਦਾ ਮਿਲੇ ਸਤ ਸੰਗਾ, ਪਰ ਇਹ ਵੀ ਤੁਸੀਂ ਦਿੱਤਾ ਪ੍ਰਾਣੀਆਂ ਨੂੰ। ਇਹ ਨਹੀਂ ਕਿਹਾ ਕਿ ਜੰਗਲ 'ਚ ਬਹਿ ਕੇ ਨਾਮ ਜਪੋ, ਤੁਸੀਂ ਕਿਹਾ ਸਤ ਸੰਗਤ ਕਰੋ ਗੁਰਮੁਖੋ, ਸਤ ਸੰਗਤ ਵਿੱਚ ਬਹਿ ਕੇ ਨਾਮ ਜਪਿਆ ਕਰੋ। ਕਰੋ ਬਹੁਤ ਮਨ ਜਨ ਪਰਮ ਭੰਗਾ, ਮਹਾਰਾਜ ਧੰਨੋ ਤੁਸੀਂ ਮਨੁੱਖਾਂ ਦਾ, ਬਹੁਤ ਸਾਰਿਆਂ ਜਨਾਂ ਦਾ ਮਨ ਦੇ ਭਰਮ ਦੂਰ ਕੀਤੇ ਜਿਹੜੇ। ਜਗ ਸਾਗਰ ਤੇ ਲਿਹੋ ਉਵਾਰੀ, ਜੀ ਸੱਚੇ ਪਾਤਸ਼ਾਹ ਇਹ ਜਿਹੜੇ ਬੰਦੇ ਨੇ ਇਹ ਹਉਮੈ ਵਿੱਚ ਫਸੇ ਹੋਏ, ਇਹਨਾਂ ਨੂੰ ਜੱਗ 'ਚੋਂ ਕੱਢ ਲਓ ਕਿਰਪਾ ਕਰਕੇ। ਚਿੱਕੜ 'ਚ ਡੁੱਬਦੇ ਜਾਂਦੇ ਨੇ, ਆਦਤ ਹੁੰਦੀ ਬਿੱਛੂ ਐ ਠੂਹੇ ਨੇ, ਇਹ ਜੇ ਸੁਭਾਅ ਹੈ। ਸੁਖਦੇਵ ਮੁਨੀ ਜੀ ਤੁਰੇ ਜਾਂਦੇ ਆ, ਉਹ ਜਦ ਦੇਖਿਆ ਕਿ ਬਿੱਛੂ ਠੂਹਾ ਜਾਂ ਡੁੱਬਦਾ ਜਾਂਦਾ,
ਉਹਨਾਂ ਨੇ ਕੀ ਕੀਤਾ, ਹੱਥ ਦੇ ਉੱਤੇ ਚੱਕ ਲਿਆ ਪਾਣੀ ਚੋਂ, ਜੇ ਬਾਹਰ ਕੱਢਦੇ ਪਰਉਪਕਾਰ ਕਰਦੇ ਨੇ। ਉਹਨੇ ਡੰਗ ਮਾਰਿਆ, ਉਹਨੇ ਬੜਾ ਦਰਦ ਹੋਇਆ, ਉਹਨੇ ਹੱਥ ਛਿਣਕਤਾ ਆਪਣਾ, ਪਾਣੀ 'ਚ ਡਿੱਗ ਪਿਆ। ਉਹ ਫੇਰ ਕੱਢਦੇ ਨੇ, ਉਹ ਫੇਰ ਡੰਗ ਮਾਰਿਆ, ਫੇਰ ਛਿਣਕਤਾ, ਉਹ ਫੇਰ ਕੱਢਦੇ ਨੇ। ਨਾਲ ਚੇਲਾ ਕਹਿਣ ਲੱਗਿਆ ਉਹਨਾਂ ਦਾ, ਮਹਾਰਾਜ ਤੁਸੀਂ ਕਿਉਂ ਇਸ ਮੂਰਖ ਨੂੰ ਕੱਢਦੇ ਹੋ ਪਾਣੀ 'ਚੋਂ? ਤੁਸੀਂ ਕੱਢਦੇ ਹੋ ਡੰਗ ਮਾਰਦਾ, ਤੁਸੀਂ ਕੱਢਦੇ ਹੋ ਡੰਗ ਮਾਰਦਾ। ਸੁਖਦੇਵ ਮੁਨੀ ਜੀ ਕਹਿਣ ਲੱਗੇ, ਗੱਲ ਸੁਣ, ਮੈਂ ਕੌਣ ਹਾਂ? ਕਹਿੰਦੇ ਤੁਸੀਂ ਸਾਧੂ ਸੰਤ। ਕਹਿੰਦੇ ਮੇਰਾ ਸੁਭਾਅ ਕੀ ਹੈ? ਪਰਉਪਕਾਰ ਕਰਨਾ। ਤੇ ਇਹ ਕੌਣ ਹੈ? ਇਹ ਪਸ਼ੂ ਬਿਰਤੀ ਹੈ, ਇਹਦਾ ਕੰਮ ਹੈ ਡੰਗ ਮਾਰਨਾ। ਮੇਰਾ ਕੰਮ ਹੈ ਇਹ ਪਸ਼ੂ ਨੂੰ ਪਾਣੀ 'ਚੋਂ ਡੁੱਬਦੇ ਨੂੰ ਬਾਹਰ ਕੱਢ ਕੇ ਬਚਾਉਣਾ। ਮੈਂ ਇਹ ਦੇਖ ਡੰਗ ਮਾਰਨ ਨੂੰ ਹਟਦਾ, ਇਹ ਆਪਦਾ ਕੰਮ ਨਹੀਂ ਛੱਡਦਾ। ਉਹ ਕਮਲਿਆ, ਜਦ ਇਹ ਆਪਦਾ ਕੰਮ ਨਹੀਂ ਛੱਡਦਾ, ਮੈਂ ਆਪਦਾ ਕੰਮ ਕਿਉਂ ਛੱਡਾਂ? ਮੈਂ ਬਾਹਰ ਕੱਢਣਾ, ਇਹਨੇ ਮੈਨੂੰ ਡੰਗ ਮਾਰਨਾ। ਨਾਲੇ ਤਾਂ ਕਲਯੁਗ ਦਾ ਸਮਾਂ ਹੈ ਜਾ, ਨਾਲੇ ਤਾਂ ਅਸੀਂ ਪ੍ਰਚਾਰ ਕਰੀਏ, ਨਾਲੇ ਤਾਂ ਲੋਕਾਂ ਦਾ ਭਲਾ ਕਰੀਏ, ਨਾਲੇ ਉਹਨਾਂ ਨੂੰ ਗੰਦਗੀ 'ਚੋਂ ਕੱਢੀਏ, ਨਾਲੇ ਉਹਨਾਂ ਚਿੱਕੜ 'ਚੋਂ ਕੱਢੀਏ, ਨਾਲੇ ਫਿਰ ਅਸੀਂ ਆਪਦੀ ਨਿੰਦਿਆ ਵੀ ਕਰਾਉਣੇ ਆ, ਨਾਲੇ ਉਹ ਸਾਡੇ ਉਲਟ ਵੀ ਬੋਲਦੇ ਆ ਸਾਰੇ ਜਾਣੇ। ਫਿਰ ਇਸ ਤਰ੍ਹਾਂ ਹੀ ਨਾਲੇ ਰੌਲਾ ਪਾਈ ਜਾਂਦੇ, ਨਾਲੇ ਮਸਾਂ ਖਿੱਚ ਧੂ ਕੇ ਜਦ ਬਾਹਰ ਕੱਢ ਕੇ ਧੋ ਧਾ ਕੇ ਰੱਖ ਦੇਈਦਾ। ਜਦੋਂ ਗਿਆਨ ਹੋ ਜਾਂਦਾ ਕਹਿੰਦੇ ਆਹ ਤਾਂ ਭਲਾ ਹੀ ਕੀਤਾ, ਆਹੀ ਤਾਂ ਮੂਰਖ ਜਿਹੇ ਸੀ, ਸਾਨੂੰ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ, ਪਤਾ ਪੁਤਾ ਕੱਖ ਦਾ ਨਹੀਂ ਹੈ। ਇਸ ਕਰਕੇ ਖਿੱਚ ਕੇ ਬਾਹਰ ਕੱਢ ਕੇ ਜੋ ਲਿਆ ਕੇ ਬਿਠਾਈਦਾ, ਉਹ ਕਿਉਂ ਗੰਦਗੀ ਦੇ ਕੀੜੇ ਨੂੰ ਤੁਸੀਂ ਮਹਾਰਾਜ ਕਹਿੰਦੇ ਗੰਦਗੀ 'ਚੋਂ ਕੱਢ ਕੇ ਬਾਹਰ ਰੱਖ ਦਿਓ, ਉਹ ਮੁੜ ਕੇ ਕਿਤੇ ਫੁੱਲਾਂ ਦੀ ਖੁਸ਼ਬੂ ਲੈਣ ਨਹੀਂ ਜਾਂਦਾ, ਫਿਰ ਮੁੜ ਕੇ ਗੰਦਗੀ ਵੱਲ ਨੂੰ ਤੁਰ ਪੈਂਦਾ। ਉਹ ਸਮਝਦਾ ਮੇਰਾ ਘਰ ਹੀ ਗੰਦਗੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬੰਦਾ ਸਮਝਦਾ ਵਿਕਾਰ ਹੀ ਮੇਰਾ ਘਰ ਹੈ, ਵਿਸ਼ੇ ਵਿਕਾਰ ਹੀ ਮੇਰਾ ਘਰ ਹੈ, ਬਸ ਨਿੰਦਾ ਕਰਨਾ ਹੀ ਮੇਰਾ ਕੰਮ ਹੈ, ਮੈਂ ਖਾਨੀ ਚੁਗਲੀ ਨੂੰ ਜੰਮਿਆ। ਫਿਰ ਇਹ ਮਹਾਰਾਜ ਕਹਿੰਦੇ ਮੈਂ ਇਹਨੂੰ ਹੌਲੀ ਹੌਲੀ ਕੱਢ ਕੇ ਸਤਸੰਗਤ ਬਣਾਤੀ ਇਹਨਾਂ ਲਈ, ਸਤਸੰਗਤ ਵਿੱਚ ਲਿਆ ਕੇ ਇਹਨਾਂ ਜੀਵਾਂ ਨੂੰ ਫਿਰ ਅਸੀਂ ਤਾਰਦੇ ਹਾਂ। ਮਨ ਹੈ ਨਰ ਜੇ ਰਜਾਏ ਤੁਮਾਰੀ। ਸੱਚੇ ਪਾਤਸ਼ਾਹ ਜਿਹੜੇ ਬੰਦੇ ਤੁਹਾਡੀ ਰਜਾਈ ਮੰਨ ਲੈਂਦੇ ਨੇ, ਆਗਿਆ ਮੰਨ ਲੈਂਦੇ ਨੇ, ਜਬ ਜਬ ਦੇਖੋ ਧਰਮ ਗਿਲਾਨਾ। ਹੇ ਗੁਰੂ ਨਾਨਕ, ਹੇ ਪਰਮੇਸ਼ਰ, ਜਦੋਂ ਧਰਮ ਦੀ ਗਿਲਾਨੀ ਜੱਗ ਵਿੱਚ ਹੋਈ ਦੇਖਦੇ ਹੋ ਤੁਸੀਂ, ਤਬ ਤਬ ਧਰ ਅਵਤਾਰ ਮਹਾਨਾ। ਉਦੋਂ ਤੁਸੀਂ ਸੰਸਾਰ ਦੇ ਅੰਦਰ ਅਵਤਾਰ ਧਾਰਦੇ ਹੋ। ਜੱਗ ਦੇਖਦਾ, ਹੁਣ ਜੱਗ ਦੇ ਵਿੱਚ ਧਰਮ ਦੀ ਗਿਲਾਨੀ ਹੋ ਰਹੀ ਹੈ, ਫਿਰ ਤੁਸੀਂ ਆ ਜਾਂਦੇ ਹੋ ਅਵਤਾਰ ਧਾਰ ਕੇ, ਦੁਨੀਆ ਨੂੰ ਸਹੀ ਰਸਤੇ ਤੇ ਪਾਉਂਦੇ ਹੋ ਜੀ। ਆਪ ਕਰਹੁ ਤਾਕੀ ਪ੍ਰਤਪਾਰਾ। ਧਰਮ ਦੀ ਪਾਲਣਾ ਕਰਨਾ ਤੁਹਾਡਾ ਧਰਮ ਹੈ। ਸਭ ਮਿਰਜਾਦ ਰਖਹੁ ਸੁਖ ਸਾਰਾ। ਜਿਹੜੇ ਸਾਰਿਆਂ ਸੁੱਖਾਂ ਦੀ ਸ੍ਰੇਸ਼ਟ ਸਾਰ ਸੁੱਖ ਨੇ, ਉਹਨਾਂ ਦੀ ਸਾਰਿਆਂ ਦੀ ਮਰਜ਼ਾਦਾ ਤੁਸੀਂ ਰੱਖਦੇ ਹੋ। ਹਵੈ ਪ੍ਰਸੰਨ ਨਾਰਦ ਮਨ ਤਾਈ। ਪ੍ਰਸੰਨ ਹੋ ਕੇ ਨਾਰਦ ਮੁਨੀ ਤਾਈ ਬੋਲੇ ਮਿਰਦਲ ਗਿਰਾ ਸੁਗੋਸਾਈ। ਬਹੁਤ ਮਿੱਠੀ ਬੋਲੀ ਬੋਲੇ ਮਹਾਰਾਜ। ਸਭ ਮੁਨੀਨ ਈਸ਼ਰ ਰਿਖ ਦੇਵਾ। ਸਾਰਿਆਂ ਮੁਨੀਆਂ ਦੇ ਈਸ਼ਰ ਰਿਖੀ ਦੇਵ ਸੋ ਨਾਰਦ ਮੁਨੀ। ਧੰਨ ਧੰਨ ਤੁਮ ਊਤਮ ਭੇਵਾ। ਤੁਸੀਂ ਵੀ ਧੰਨ ਹੋ, ਕਹਿੰਦੇ ਤੁਸੀਂ ਪਰਮੇਸ਼ਰ ਦਾ ਹੀ ਜਸ ਕਰਦੇ ਰਹਿੰਦੇ ਹੋ ਹਰ ਵਕਤ, ਕਿਉਂਕਿ ਤੁਸੀਂ ਹਮੇਸ਼ਾ ਪਰਮਾਤਮਾ ਦਾ ਜਸ ਕਰਦੇ ਹੋ। ਸਭ ਮਨੀਸ਼ ਈਸ਼ ਰਿਖ ਦੇਵਾ, ਕਿਉਂਕਿ ਸਾਰੇ ਰਿਸ਼ੀ ਤੁਹਾਨੂੰ ਮੰਨਦੇ ਨੇ। ਇਸ ਰਿਗਵੇਦ ਵਿੱਚ ਵਿਰਾਟ ਤੋਂ ਮੁਰਾਦ ਉਹ ਵਾਹਿਗੁਰੂ ਦੇ ਸਰੂਪ ਦੀ ਥਾਂ ਦੀ ਹੈ। ਸੋ ਇਸ ਤਰ੍ਹਾਂ ਦੱਸਦੇ ਨੇ ਇਹ ਚੀਜ਼ਾਂ ਕਿ ਜੋ ਦੱਸਦੇ ਨੇ ਸਭ ਮੁਨੀਨ ਈਸ਼ਰ ਰਿਖ ਦੇਵਾ, ਜੋ ਹਜ਼ਾਰਾਂ ਅੱਖਾਂ ਹਜ਼ਾਰਾਂ ਪੈਰਾਂ ਤੇ ਸਿਰਾਂ ਵਾਲਾ ਹੈ, ਸਾਰੇ ਤਤਵਾਰ ਵਿਸ਼ਵ ਉਹਦਾ ਇੱਕ ਪੈਰ ਹੈ। ਕਵੀ ਜੀ ਦੱਸਦੇ ਨੇ ਇਹ ਸਰੂਪ ਮਨ ਮਾਨੋ ਨਾਰਦ ਮੁਨੀ। ਸ੍ਰੀ ਗੁਰੂ ਜੀ ਨੇ ਆਰਤੀ 'ਚ ਜੋ ਸਰੂਪ ਦੱਸਿਆ ਇਹ ਇਸ ਤੋਂ ਉੱਪਰ ਦਾ ਹੈ, ਉਹਦੇ ਹਜ਼ਾਰਾਂ ਨੈਣ ਪੈਰ ਨੱਕ ਆਦਿ ਵਰਣਨ ਕੀਤੇ। ਫਿਰ ਕਹਿੰਦੇ ਕਿ ਉਹਦੇ ਨੈਣ ਪੈਰ ਆਦਿ ਅੰਗ ਕੋਈ ਨਹੀਂ। ਸਹਸਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਇਸ ਤਰ੍ਹਾਂ ਗੀਤਾ ਦੇ ਵਿੱਚ ਵੀ ਕ੍ਰਿਸ਼ਨ ਜੀ ਨੇ ਵਿਰਾਟ ਰੂਪ ਦੱਸਿਆ ਪ੍ਰਮਾਤਮਾ ਦਾ। ਉਹ ਚੀਜ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ। ਜੋ ਵੈਰਾਠ ਰੂਪ ਕਰਤਾਰਾ। ਜਿਹੜਾ ਵੈਰਾਠ ਰੂਪ ਹੈ ਕਰਤਾਰ ਦਾ, ਦੇਹ ਕੋ ਮਨ ਹਵੈ ਦੇਹ ਤੁਮਾਰਾ। ਸੋ ਇਸ ਕਰਕੇ ਦੇਹ ਕੋ ਮਨ ਹਵੈ ਦੇਹ ਤੁਮਾਰਾ। ਸੋ ਉਸੇ ਪ੍ਰਕਾਰ ਹੀ ਤੁਹਾਡਾ ਮਨ ਹੈ ਜੀ। ਭਗਤ ਸ਼੍ਰੋਮਣ ਪ੍ਰੇਮ ਪਰਵੀਨਾ। ਭਗਤਾਂ ਵਿੱਚੋਂ ਸ਼੍ਰੋਮਣੀ ਹੋ ਤੁਸੀਂ, ਸਰਦਾਰ ਹੋ ਭਗਤਾਂ ਦੇ,
ਪ੍ਰੇਮ ਵਿੱਚ ਪ੍ਰਵੀਨ ਹੋ ਤੁਸੀਂ। ਤੁਮ ਸਮਾਨ ਕੋ ਅਪਰ ਨ ਚੀਨਾ। ਤੁਹਾਡੇ ਵਰਗਾ ਹੋਰ ਕੋਈ ਹੈ ਨਹੀਂ ਭਗਤ ਪ੍ਰਮਾਤਮਾ ਦਾ। ਸ੍ਰੀ ਕਰਤਾਰ ਸੋ ਜਸ ਸਮ ਨੀਰਾ। ਸੋ ਸ੍ਰੀ ਕਰਤਾਰ ਦਾ ਜਿਹੜਾ ਜਸ ਹੈ ਸਮ ਨੀਰਾ ਤੋਂ ਭਾਵ ਨਿਰਮਲ। ਏਕੋ ਮੀਨ ਕੀਨ ਮਨ ਧੀਰਾ। ਸੋ ਹੇ ਧੀਰ ਜੀ, ਤੁਸੀਂ ਕਰਤਾਰ ਦੇ ਜਸ ਨੂੰ ਪਾਣੀ ਜਾਣ ਕੇ ਮਨ ਨੂੰ ਉਹਦੀ ਮੱਛੀ ਬਣਾਇਆ। ਪੁਰਾਣਾਂ ਵਿੱਚ ਭਗਤੀ ਮਾਰਗ ਦਾ ਸਨਾਤਨ ਮੁਨੀ ਨਾਰਦ ਮੰਨਿਆ ਗਿਆ। ਹਰ ਕੀਰਤਨ ਇਹਦਾ ਕੰਮ ਹੈ। ਕਲ ਹੈ ਇਹਦੀ ਇਸਤਰੀ ਹੈ। ਤੇ ਇਹ ਜਿਹੜੀ ਹੈ ਨਾਰਦ ਮੁਨੀ ਜੀ ਦਾ ਕੰਮ ਕੀ ਹੈ? ਨਾਰਦ ਮੁਨੀ ਨੇ ਸਭ ਤੋਂ ਪਹਿਲਾਂ ਕੀਰਤਨ ਜਿਹੜਾ ਪ੍ਰਥਾ ਚੱਲੀ ਨਾਰਦ ਮੁਨੀ ਤੋਂ ਚੱਲੀ ਹੈ। ਬੀਣਾ ਪਕੜ ਕੇ ਨਾਰਦ ਮੁਨੀ ਜੀ ਹਮੇਸ਼ਾ ਕੀਰਤਨ ਕਰਦੇ ਹਨ। ਅਸ ਪ੍ਰਕਾਰ ਮਿਲ ਆਪਸ ਮਾਹੀ। ਇਸ ਤਰ੍ਹਾਂ ਮਿਲ ਕਰਕੇ ਆਪਸ ਦੇ ਵਿੱਚ ਦੋਹੋਂ ਦਿਸਨ ਥੋਰੋ ਹਿਤ ਨਾਹੀ। ਦੋਨਾਂ ਪਾਸਿਆਂ ਤੋਂ ਮਿਲੇ ਨੇ ਜਿਨ੍ਹਾਂ ਦਾ ਬਹੁਤ ਪਿਆਰ ਹੈ ਆਪਸ ਦੇ ਵਿੱਚ। ਉਨ ਨਾਰਦ ਮੁਨ ਕਲ ਕੋ ਲੈ ਆਇਓ। ਫਿਰ ਨਾਰਦ ਮੁਨੀ ਕੜਾ ਜਿਹੜੀ ਦੀ ਘਰ ਵਾਲੀ ਸੀ ਉਹਨੂੰ ਲੈ ਕੇ ਆਇਆ ਨਾਲ। ਪਾਏ ਗੁਰੂ ਪਗ ਬਚਨ ਲਾਇਓ। ਕਹਿੰਦਾ ਮੱਥਾ ਟੇਕ, ਇਹ ਤੈਨੂੰ ਪਤਾ ਨਹੀਂ ਕੌਣ ਨੇ? ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਹੈ ਇਹ। ਭਈ ਫੂਲ ਇਸਕੇ ਬਖਸ਼ੀਜੈ। ਮਹਾਰਾਜ ਇਹਦੀ ਮੱਤ ਇਹੀ ਜਿਹੀ ਹੋਈ ਹੈ, ਇਹ ਬਸ ਸਾਰਾ ਦਿਨ ਇਹੀ ਚਾਹੁੰਦੀ ਆ, ਖਾਣਾ ਪੀਣਾ ਹੀ। ਸੋ ਇਹ ਕਿਰਪਾ ਕਰਕੇ ਇਹਨੂੰ ਬਖਸ਼ ਦਿਓ ਜੀ। ਅਬ ਜਾਂ ਪਰ ਨਿਜ ਹੋ ਕਰੁਣਾ ਕੀਜੈ। ਹੁਣ ਤੁਸੀਂ ਇਹਦੇ ਉੱਤੇ ਆਪਣੀ ਕਿਰਪਾ ਕਰੋ ਜੀ। ਬਹੁਤ ਦਿਵਸ ਕੀ ਸੁਦਾ ਸੰਤਾਈ। ਅਸਲ ਵਿੱਚ ਇਹ ਦੁਖੀ ਤਾਂ ਹੈ ਕਿ ਬੜੇ ਚਿਰ ਹੋ ਗਏ ਜੰਗ ਯੁੱਧ ਲੱਗੇ ਹੀ ਨਹੀਂ ਹੈ। ਇਹ ਜੰਗ ਯੁੱਧ ਜਿਹੜੇ ਲੱਗਦੇ ਉਹ ਤੇ ਫਿਰ ਖੂਨ ਪੀਂਦੇ ਆ। ਉਹ ਬੜੇ ਚਿਰ ਦੀ ਭੁੱਖੀ ਹੈ ਇਹ। ਹੁਣ ਮਹਿਮਾ ਤੁਮਰੀ ਲਖ ਨਾ ਸਕਾਏ। ਤੁਹਾਡੀ ਮਹਿਮਾ ਨੂੰ ਇਹ ਜਾਣ ਨਹੀਂ ਸਕੀ ਹੈ ਜੀ। ਜੇ ਕੇ ਸੁਣੀ ਦੀਨਤਾ ਜਬਹੀ। ਜਦੋਂ ਉਹਦੀ ਦੀਨਤਾ ਸੁਣੀ ਨਾ, ਨਿਮਰਤਾ ਵਾਲੀ ਗੱਲ, ਹਵੈ ਕਿਰਪਾਲ ਬਚ ਉਚਰੇ ਤਬਹੀ। ਬਚਨ ਕਿਰਪਾਲੂ ਹੋ ਕੇ ਉਸ ਵਕਤ ਉਚਰੇ ਮਹਾਰਾਜ ਨੇ। ਇਸ ਰੂਪ ਤੇ ਛੁਟਵਾਂ ਧਰਹਾਂ। ਕੋਈ ਨਹੀਂ ਇਹਨੂੰ ਰਜਾਵਾਂਗੇ। ਜਦੋਂ 6ਵਾਂ ਰੂਪ ਧਾਰਾਂਗੇ ਨਾ ਉਦੋਂ ਰਜਾਵਾਂਗੇ ਇਹਨੂੰ। ਤਬ ਜਾਂ ਕੋ ਤਨ ਤ੍ਰਿਪਤ ਸਾ ਕਰਹਾਂ। ਉਦੋਂ ਰਜਾਵਾਂਗੇ ਜਿੰਨਾ ਮਰਜੀ ਖੂਨ ਪੀ ਲਵੇ ਇਹ, ਜਿੰਨਾ ਮਰਜੀ ਮਾਸ ਖਾਵੇ ਉਦੋਂ। ਬਹਰੋ ਦਸਮ ਧਰੋਂ ਅਵਤਾਰਾ। ਫੇਰ ਜਿਹੜੇ 10ਵਾਂ ਰੂਪ ਧਾਰਨ ਕਰਾਂਗੇ ਤਬ ਕਰਹੁ ਇਕਹ ਪੰਥ ਕਰਾਰਾ। ਉਦੋਂ ਇੱਕ ਕਰਾਰਾ ਪੰਥ ਪ੍ਰਗਟ ਕਰਾਂਗੇ ਨਵਾਂ। ਬਹੁਤ ਹੋਏਗੇ ਜਬ ਸੰਗਰਾਮਾ। ਉਦੋਂ ਫਿਰ ਅਸੀਂ ਬਹੁਤ ਜੰਗ ਕਰਨੇ ਨੇ। ਤਬ ਜਾਂ ਕੋ ਹਵੈ ਪੂਰਨ ਕਾਮਾ। ਉਦੋਂ ਇਹਦਾ ਕੰਮ ਪੂਰਾ ਹੋਣਾ ਜਾ ਕਰਕੇ। ਵਿਦਾ ਕਰੇ ਵਰ ਦੇ ਕਰ ਦੋ। ਉਸ ਵਕਤ ਵਿਦਾ ਕੀਤੇ ਨੇ ਨਾਰਦ ਨੂੰ। ਜੋ ਵਾਕ ਸਤਿਗੁਰੂ ਨੇ 6ਵੇਂ ਤੇ 10ਵੇਂ ਪਾਤਸ਼ਾਹ ਬਾਬਤ ਕਹੇ ਨੇ, ਉਹਨਾਂ ਦੀ ਮੁਰਾਦ ਇਹ ਹੈ ਕਿ ਸਤ ਧਰਮ ਦੀ ਵਾੜੀ ਜੋ ਲਾ ਰਹੇ ਆ, ਜਗਤ ਦੀ ਬਦੀ ਦੇ ਪੱਖ ਨੇ, ਇਹਨੂੰ ਵਿਰਾਨ ਕਰਨ ਲਈ ਬੜਾ ਜ਼ੋਰ ਲਾਉਣਾ। ਜਦੋਂ ਉਹਨੂੰ ਜ਼ੋਰ ਲਾਉਣਗੇ ਵਿਰਾਨ ਕਰਨ ਲਈ, ਤਾਂ ਉਦੋਂ ਇਹਦੀ ਰੱਖਿਆ ਲਈ ਫਿਰ ਇਸ ਤੋਂ ਹੋ ਰਹੇ ਪਰਉਪਕਾਰ ਦੀ ਸਫਲਤਾ ਲਈ ਸ੍ਰੀ ਸਾਹਿਬ ਦੀ ਲੋੜ ਪੈਣੀ ਹੈ। ਕਿਉਂ? ਜਦੋਂ ਅਸੀਂ ਇਹ ਬਾੜੀ ਲਾਉਣੀ ਹੈ, ਪਹਿਲੇ ਦੂਜੇ ਤੀਜੇ ਚੌਥੇ ਸਰੂਪ 'ਚ 5ਵੇਆਂ ਨੂੰ ਜਾ ਕੇ ਫਿਰ ਇਹ ਸ਼ਹੀਦ ਕਰਨਗੇ। ਕਿਉਂਕਿ ਲੋਕਾਂ ਨੂੰ ਇਹ ਬਾੜੀ ਚੰਗੀ ਨਹੀਂ ਲੱਗਦੀ। ਫਿਰ 6ਵੇਂ ਰੂਪ 'ਚ ਅਸੀਂ ਖੰਡਾ ਖੜਕਾਵਾਂਗੇ। ਫਿਰ 7ਵੇਂ 8ਵੇਂ 9ਵੇਂ ਸਰੂਪ 'ਚ ਫਿਰ ਸ਼ਹੀਦੀ ਜਦ 9ਵਿਆਂ ਦੀ ਹੋਣੀ ਆ, ਫਿਰ 10ਵੇਂ ਰੂਪ 'ਚ ਖੰਡਾ ਖੜਕਾਵਾਂਗੇ। ਕਿ ਖੰਡੇ ਬਿਨਾਂ ਗੱਲ ਬਣਦੀ ਹੋਈ ਨਹੀਂ। ਅਜੇ ਇਸ ਤਰ੍ਹਾਂ ਨਾ ਹੁੰਦਾ। ਹੁਣ ਧਰਮ ਦੀ ਰੱਖਿਆ ਲਈ ਫਿਰ ਪ੍ਰਹਿਲਾਦ ਨੂੰ ਰੱਖਣ ਲਈ ਹਰਨਾਕਸ਼ ਨੂੰ ਮਾਰਨਾ ਪਿਆ। ਫਿਰ ਰਾਵਣ ਨੂੰ ਰਾਮਚੰਦਰ ਜੀ ਨੇ ਫਿਰ ਸ਼ਸਤਰ ਧਾਰਨ ਕੀਤੇ ਸਾਰੇ। ਫਿਰ ਸ਼ਸਤਰਾਂ ਦੀ ਪੂਜਾ ਰਾਮਚੰਦਰ ਜੀ ਨੇ ਸਮੁੰਦਰ ਦੇ ਕਿਨਾਰੇ ਬਹਿ ਕੇ, ਉਹਨਾਂ ਨੇ ਵੀ ਫਿਰ ਅਕਾਲ ਸ਼ਕਤੀ ਨੂੰ ਇਰਾਧਿਆ ਸੀ ਕਿ ਸਾਡੀ ਹੁਣ ਮਦਦ ਕਰੋ। ਸੋ ਉਸ ਵਕਤ ਉਹਨਾਂ ਨੇ ਸ਼ਸਤਰਾਂ ਦੀ ਪੂਜਾ ਕੀਤੀ। ਇਸੇ ਤਰ੍ਹਾਂ ਕ੍ਰਿਸ਼ਨ ਜੀ ਨੇ ਵੀ ਸ਼ਸਤਰ ਧਾਰੇ ਸੀ। ਫਿਰ ਇਹ ਸ਼ਸਤਰ ਸ਼ੁਰੂ ਤੋਂ ਲੈ ਕੇ ਪਰਮੇਸ਼ਰ ਨੇ ਆਪ ਬਣਾਏ ਨੇ। ਜਦੋਂ ਕੋਈ ਦੁਸ਼ਟ ਦੋਖੀ ਜ਼ਿਆਦਾ ਹੀ ਵੱਧ ਜਾਂਦੇ, ਫਿਰ ਸ਼ਸਤਰਾਂ ਨਾਲ ਹੀ ਕੰਮ ਠੀਕ ਆਉਂਦਾ ਉਹਦਾ। ਇਸ ਕਰਕੇ ਸੰਸਾਰ ਅੰਦਰ ਜਿਹੜੇ ਸ਼ਸਤਰ ਪ੍ਰਗਟ ਕੀਤੇ ਨੇ, ਇਹ ਅਕਾਲ ਪੁਰਖ ਨੇ ਪ੍ਰਗਟ ਕੀਤੇ ਸਭ ਤੋਂ ਪਹਿਲਾਂ। ਜਦੋਂ ਮੱਧ ਤੇ ਕੈਟਵ ਦੈਂਤ ਨੂੰ ਮਾਰਿਆ, ਉਹਨਾਂ ਦਾ ਗਲ ਵੱਢਣਾ ਸੀ ਜਦ, ਉਦੋਂ ਸ਼ਸਤਰ ਪ੍ਰਗਟ ਕੀਤੇ ਪ੍ਰਮਾਤਮਾ ਨੇ। ਪ੍ਰਮਾਤਮਾ ਦੇ ਸ਼ਸਤਰ ਹਮੇਸ਼ਾ ਪਾਸ ਹੀ ਹੁੰਦੇ ਨੇ ਸਾਰੇ। ਇਸ ਕਰਕੇ ਜਿਹੜੇ ਸ਼ਸਤਰ ਨੇ ਨਾ, ਆਪਾਂ ਕਹਿੰਦੇ ਲੈ ਸ੍ਰੀ ਸਾਹਿਬ ਨੂੰ ਮੱਥਾ ਟੇਕੀ ਜਾਂਦੇ, ਉਹ ਇਹ ਸ੍ਰੀ ਸਾਹਿਬ ਹੈ ਹੀ ਰੱਬ ਦੀ, ਇਹ ਖੰਡਾ ਰੱਬ ਦਾ, ਇਹ ਸਾਰੇ ਸ਼ਸਤਰ ਰੱਬ ਦੇ ਨੇ, ਇਹ ਅਕਾਲ ਪੁਰਖ ਨੇ ਹੀ ਸ਼ਸਤਰ ਸਾਜੇ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਇਹ ਗੁਰਪੀਰ ਹਮਾਰੇ। ਮਹਾਰਾਜ ਤਾਈਓ ਇਹਨਾਂ ਨੂੰ ਵੱਡੇ ਮੰਨਦੇ ਨੇ ਸ਼ਸਤਰਾਂ ਨੂੰ। ਗਵਨੇ ਨਿਜ ਇੱਛਾ ਜਿਤ ਸੋ ਫਿਰ ਉਹ ਦੋਨੋਂ ਜਾਣੇ ਚਲੇ ਗਏ ਉਸ ਵਕਤ ਜਿੱਧਰ ਨੂੰ ਇੱਛਾ ਸੀ। ਇਸ ਤਰ੍ਹਾਂ ਇਹ ਸਮੇਂ ਅਨੁਸਾਰ ਸਾਰੇ ਆਉਂਦੇ ਰਹਿੰਦੇ ਨੇ ਸੰਸਾਰ ਦੇ ਉੱਤੇ। ਕਲਹਾ 6ਵੇਂ ਪਾਤਸ਼ਾਹ ਵੇਲੇ ਆਵੇਗੀ ਹੁਣ ਦੁਬਾਰਾ।
ਉਦੋਂ ਕਹੇਗੀ ਮਹਾਰਾਜ ਹੁਣ ਮੇਰੇ ਭੁੱਖ ਦੂਰ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜਾਣ ਕੇ ਹੱਸਣਗੇ, ਕਹਿੰਦੇ 2-4 ਝੋਟੇ ਲਿਆ ਕੇ ਮਰਵਾ ਕੇ ਤੈਨੂੰ ਦੇ ਦਿੰਦੇ ਆ, ਆਹ ਖਾ ਲਾ ਉਹ ਖਾ ਲਾ। ਕਿ ਨਾ, ਮੈਂ ਸਿਰਫ ਉਹੀ ਖੂਨ ਪੀਂਦੀ ਆ ਜਦੋਂ ਜੰਗ ਵਿੱਚ ਯੋਧੇ ਲੜਦੇ ਹੋਣ, ਅਚਾਨਕ ਫਿਰ ਸਿਰ ਲੱਥੇ ਤੋਂ ਧਾਰ ਨਿਕਲਦੀ ਜਿਹੜੀ ਫਿਰ ਖੂਨ ਦੀ, ਸਿਰਫ ਉਹ ਪੀਂਦੀ। ਮੈਂ ਯੋਧਿਆਂ ਦਾ ਹੀ ਖੂਨ ਪੀਂਦੀ ਆ ਮਹਾਰਾਜ, ਮੈਂ ਹੋਰ ਕਿਸੇ ਨੂੰ ਮਾਰ ਕੇ ਨਹੀਂ ਪੀਂਦੀ। ਇਸ ਕਰਕੇ ਕਲਹਾ ਇਹਦਾ ਨਾਮ ਹੈ। ਉਹ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 2 ਅਵਤਾਰਾਂ ਵਿੱਚ ਇਹਨਾਂ ਨੂੰ ਇਹ ਚੀਜ਼ਾਂ ਦੇਣੀਆਂ ਨੇ। ਜੋ ਜੋ ਜੀ ਨੇ ਮੰਗਿਆ ਮਹਾਰਾਜ ਨੇ ਇੱਛਾ ਪੂਰੀ ਕੀਤੀ ਹੈ। ਸੁੰਦਰ ਇਹ ਇਤਿਹਾਸ ਰਸਾਲਾ, ਸੁੰਦਰ ਹੈ ਬੜਾ ਸੋਹਣਾ ਇਤਿਹਾਸ। ਸ੍ਰੀ ਗੁਰੂ ਅੰਗਦ ਸੁਨਹੁ ਕਿਰਪਾਲਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਹੁਣ ਅੱਗੇ ਕੱਲ ਨੂੰ ਬਖਸ਼ਿਸ਼ ਕਰਨਗੇ। ਮਹਾਰਾਜ